ਜਸ ਟੀਵੀ ਦੇਖ ਰਹੇ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਪ੍ਰਵਾਸੀ ਭਾਰਤੀ ਇਹ ਭਾਰਤ ਦਾ ਮਹੱਤਵਪੂਰਨ ਅੰਗ ਹੈ। ਜਿਹੜੇ ਵਿਦੇਸ਼ਾਂ ਦੇ ਵਿੱਚ ਪ੍ਰਵਾਸੀ ਭਾਰਤੀ ਬੈਠੇ ਹੋਏ ਆ ਉਹਨਾਂ ਨੂੰ ਇਕੱਠੇ ਕਰਨ ਦੇ ਲਈ ਇੱਕ ਸੰਕਲਪ ਲਿਆ ਜਾਂਦਾ ਹੈ, ਅਹਿਦ ਲਿਆ ਜਾਂਦਾ ਹੈ ਤੇ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾਂਦਾ ਹੈ। ਸੰਮੇਲਨ ਕਰਵਾਇਆ ਜਾਂਦਾ ਤੇ ਸੰਮੇਲਨ इंदौर ਦੇ ਵਿੱਚ ਹੋਇਆ ਤੇ इंदौर ਦੇ ਵਿੱਚ ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ। ਉਹਨੇ ਇੱਕ ਵਾਰ ਫਿਰ ਇਹਨਾਂ ਨੂੰ ਬ੍ਰਾਂਡ ਐਂਬੈਸਡਰ ਦੀ ਥਾਂ ਰਾਸ਼ਟਰਦੂਤ ਕਹਿ ਕੇ ਪੁਕਾਰਿਆ। ਨਾਲ ਹੀ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਸੁਨੇਹੇ ਆ ਜਿਹੜੇ ਉਹ ਦੁਨੀਆ ਵਿੱਚ ਪਹੁੰਚਾਉਂਦੇ ਹੋ। ਜਿਹੜੇ ਵੀ ਅਸੀਂ ਕੰਮ ਕਰਦੇ ਹਾਂ, ਜਿਹੜਾ ਵਿਦੇਸ਼ ਕੰਮ ਕਰਦਾ ਉਹ ਸੁਨੇਹਾ ਦੁਨੀਆ ਵਿੱਚ ਤੁਸੀਂ ਲੈ ਕੇ ਜਾਂਦੇ ਹੋ। ਉਹਨਾਂ ਨੇ ਇੱਥੋਂ ਤੱਕ ਕਿ ਭਾਰਤ ਨੂੰ ਮਦਰ ਆਫ ਡੈਮੋਕ੍ਰੇਸੀ ਇੱਕ ਵਾਰ ਫਿਰ ਕਿਹਾ ਤੇ ਇਸ ਸੰਮੇਲਨ ਦੇ ਵਿੱਚ ਕਿਹਾ ਕਿ G20 ਵੀ ਸਾਡੇ ਲਈ ਅਹਿਮ ਹੈ। ਇਸ ਤੋਂ ਇਲਾਵਾ ਭਾਰਤ ਜਿਹੜੀਆਂ ਖੋਜਾਂ ਕਰਦਾ ਪਿਆ, ਜਿਹੜੀਆਂ ਸਾਇੰਸ ਦੇ ਵਿੱਚ ਤਰੱਕੀਆਂ ਕਰਦਾ ਪਿਆ ਉਹ ਵੀ ਤੁਸੀਂ ਲੋਕ ਜਾ ਕੇ ਦੱਸ ਦਿਓ। ਅਸੀਂ ਇੱਕੋ ਸਵਾਲ ਪੁੱਛਾਂਗੇ, NRI ਬਹਾਨੇ ਕਿਹੜੇ ਨਿਸ਼ਾਨ? प्रधानमंत्री ने अपने संबोधन दौरान किहड़े महत्वपूर्ण बिंदुओं को टच किया, पहले सुन लीजिए। लोग कहते हैं कि इंदौर एक शहर है, लेकिन मैं कहता हूं इंदौर एक दौर है। ये वो दौर है जो समय से आगे चलता है फिर भी विरासत को समेटे रहता है। साथियों, हमारे यहां कहा जाता है स्वदेशो भुवन त्रयम, अर्थात हमारे लिए पूरा संसार ही हमारा स्वदेश है। मनुष्य मात्र ही हमारा बंधु बांधव है। दुनिया के अलग अलग देशों में जब सबसे शांतिप्रिय, लोकतांत्रिक और अनुशासित नागरिकों की चर्चा होती है तो मदर ऑफ डेमोक्रेसी होने का भारतीय गौरव और आधुनिक नजर के साथ ये युवा फ्यूचर वर्ल्ड को भारत के बारे में कहीं ज्यादा प्रभावी ढंग से बता पाएंगे। जितनी युवाओं में जिज्ञासा बढ़ेगी उतना ही भारत से जुड़ा पर्यटन बढ़ेगा, भारत से जुड़ी रिसर्च बढ़ेगी, भारत का गौरव बढ़ेगा। बड़ा सवाल तुहाडे सामने पिया। बड़ा सवाल ਅਸੀਂ ਇਹ ਪੁੱਛਣ ਜਾ ਰਹੇ ਹਾਂ, ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਮਦਰ ਆਫ ਡੈਮੋਕ੍ਰੇਸੀ ਦੱਸ ਦੁਨੀਆ ਨੂੰ ਕੀ ਸੁਨੇਹਾ ਦਿੱਤਾ। ਇਸ ਸਵਾਲ ਤੇ ਚਰਚਾ ਹੋਊਗੀ। ਜਿਹੜਾ ਪੈਨਲ ਸਾਡੇ ਨਾਲ ਆ ਤੁਹਾਡਾ ਤਾਰਫ ਕਰਾਉਣੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਡਾਕਟਰ ਰਸ਼ਪਾਲ ਸਿੰਘ ਬਾਜਵਾ NRI ਨੇ, ਸ਼ਿਕਾਗੋ 'ਚ ਬੈਠੇ ਨੇ ਤੇ ਜਿਹੜੀ ਗੜਵਾਸੂ ਆ ਉਹਦੇ ਫਾਊਂਡਰ ਮੈਂਬਰਾਂ ਵਿੱਚੋਂ ਇਹ ਸ਼ੁਮਾਰ ਨੇ। ਡਾਕਟਰ ਰਸ਼ਪਾਲ ਸਿੰਘ ਬਾਜਵਾ NRI ਦੇ ਮੁੱਦਿਆਂ ਤੇ ਬਹੁਤ ਬੇਬਾਕੀ ਨਾਲ ਗੱਲ ਕਰਦੇ, ਇਸ ਕਰਕੇ ਇਹਨਾਂ ਨੂੰ ਅਸੀਂ ਸੱਦਿਆ। ਡਾਕਟਰ ਰਸ਼ਪਾਲ ਸਿੰਘ ਬਾਜਵਾ, ਤੁਹਾਡਾ ਬਹੁਤ ਸਵਾਗਤ ਹੈ ਸਰ। ਕਰਨਲ ਜੈਬੰਤ ਸਿੰਘ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ, ਨਾਲ ਹੀ ਡਿਫੈਂਸ ਐਨਲਿਸਟ ਨੇ। ਕਰਨਲ ਜੈਬੰਤ ਸਿੰਘ ਨੂੰ ਪ੍ਰਵਾਸੀ ਭਾਰਤੀਆਂ ਦੇ ਦਿੱਕਤਾਂ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ, ਇਸ ਕਰਕੇ ਇਹਨਾਂ ਦੀ ਪਾਰਟੀ ਨੇ ਇਹਨਾਂ ਨੂੰ ਭੇਜਿਆ। ਕਰਨਲ ਜੈਬੰਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ ਸਰ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਨਾਲ ਹੀ ਇਹ ਵਕੀਲ ਵੀ ਨੇ। ਖੜਿਆਲ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਬਿਕਰਮਜੀਤ ਪਾਸੀ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਨਾਲ ਇਹ ਵੀ ਵਕੀਲ ਹੈ। ਪਾਸੀ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਕਰਨਲ ਜੈਬੰਤ ਸਿੰਘ ਜਿਹੜਾ ਮਦਰ ਆਫ ਡੈਮੋਕ੍ਰੇਸੀ ਦੱਸਿਆ ਉਹਨਾਂ ਨੇ ਇੰਡੀਆ ਨੂੰ, ਪਹਿਲਾਂ ਵੀ ਕਹਿੰਦੇ ਆ ਪ੍ਰਧਾਨ ਮੰਤਰੀ ਸਾਹਿਬ, ਉਹ ਪ੍ਰਵਾਸੀ ਭਾਰਤੀਆਂ ਦੇ ਸਾਹਮਣੇ ਕਹਿਣਾ ਜ਼ਿਆਦਾ ਜ਼ਰੂਰੀ ਸੀ, ਜ਼ਿਆਦਾ ਲਾਜ਼ਮੀ ਸੀ, ਵੱਡਾ ਸੁਨੇਹਾ ਜਾਊਗਾ। ਕਰਨਲ ਜੈਬੰਤ ਸਿੰਘ। ਥੈਂਕ ਯੂ KP ਸਿੰਘ ਜੀ। ਸਭ ਤੋਂ ਪਹਿਲੇ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ। ਇਹ ਪ੍ਰਵਾਸੀ ਭਾਰਤੀ ਦਿਵਸ ਹੋ ਰਿਹਾ ਹੈ ਤੇ ਇਹਦੇ ਵਿੱਚ ਸਾਡੇ ਜਿਹੜੇ ਹੈਗੇ ਨੇ ਧਾਲੀਵਾਲ ਸਾਹਿਬ, ਉਹਨਾਂ ਨੂੰ ਮਿਲੇਗਾ सम्मान भी मिलेगा, तो साडे वास्ते बहुत वड्डा दिन हैगा। ते दूसरी गल जिहड़ा तुसीं हुण सवाल पुछिआ है मदर ऑफ डेमोक्रेसी, ते सानू सारिਆਂ ਨੂੰ ਹੀ पता है KP ਸਿੰਘ जी कि इंडिया जिहड़ा है वो मदर ऑफ डेमोक्रेसी हैगा। तुसीं आंकड़े देख लो ਇਹਦੇ। वी आर द लार्जेस्ट डेमोक्रेसी इन द वर्ल्ड, वी आर द मोस्ट वाइब्रेंट। ਸਾਡੇ ਇੱਥੇ यूनिटी एंड डाइवर्सिटी ਸਭ ਤੋਂ ਜ਼ਿਆਦਾ ਹੈਗੀ ਹੈ। ਸਾਡੇ ਜਿਹੜੇ ਇਲੈਕਸ਼ਨਸ ਹੁੰਦੀਆਂ ਨੇ ਉਸ ਸਕੇਲ ਦੀਆਂ ਇਲੈਕਸ਼ਨਸ ਕਿਤਨੇ ਨਹੀਂ ਹੁੰਦੀਆਂ ਤੇ ਕਿਹੜੇ ਤਰੀਕੇ ਨਾਲ ਹੁੰਦੀਆਂ ਨੇ, ਕਿੱਦਾਂ ਟਾਈਮਲੀ ਤਰੀਕੇ ਦੇ ਨਾਲ ਸਾਡੀਆਂ ਇਲੈਕਸ਼ਨਸ ਹੋ ਜਾਂਦੀਆਂ ਨੇ, ਉਹ ਸਕੇਲ ਦੀਆਂ ਇਲੈਕਸ਼ਨਸ ਹੋਰ ਕਿਤਨੇ ਨਹੀਂ ਹੁੰਦੀਆਂ ਪੂਰੀ ਦੁਨੀਆ ਦੇ ਵਿੱਚ।
ਉਹਦੇ ਬਾਅਦ ਫਿਰ ਸਾਡੀਆਂ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੁੰਦੀਆਂ ਨੇ, ਸਾਡੀਆਂ ਗਵਰਨਮੈਂਟਸ ਟਾਈਮ ਸਿਰ ਚੇਂਜ ਹੋ ਜਾਂਦੀਆਂ ਨੇ, ਸਾਡੇ ਲੋਕਾਂ ਦੀ ਆਵਾਜ਼ ਦੇ ਉੱਤੇ ਬਹੁਤ ਹੈਗਾ, ਸਾਡੇ ਜਿਹੜੇ ਵੋਟਰਸ ਨੇ ਉਹ ਬੜੇ ਇੰਟੈਲੀਜੈਂਟ ਵੋਟਰਸ ਨੇ, ਉਹ ਗਵਰਨਮੈਂਟਸ ਨੂੰ ਚੇਂਜ ਕਰਦੇ ਨੇ, ਤੇ ਬਹੁਤ ਅੱਛੀ ਡੈਮੋਕ੍ਰੇਸੀ ਇਸੇ ਚੱਲ ਰਹੀ ਹੈ। ਅਸੀਂ ਮਿਸਾਲ ਬਣਾਈ ਹੋਈ ਹੈ ਪੂਰੀ ਦੁਨੀਆ ਦੇ ਵਿੱਚ, ਤੇ ਇਹ ਮਿਸਾਲ ਦੇ ਬਾਰੇ ਚ ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਵਾਸਤੇ ਮੇਰੇ ਹਿਸਾਬ ਦੇ ਨਾਲ ਪ੍ਰਾਈਮ ਮਿਨਿਸਟਰ ਮੋਦੀ ਨੇ ਇੱਕ ਬਹੁਤ ਅੱਛੀ ਸਟੇਟਮੈਂਟ ਬਣਾਈ ਹੈ ਆਪਣੇ ਬ੍ਰਾਂਡ ਅੰਬੈਸਡਰਸ ਦੇ ਅੱਗੇ, ਉਹਨਾਂ ਨੂੰ ਬ੍ਰਾਂਡ ਅੰਬੈਸਡਰਸ ਵੀ ਬੁਲਾਇਆ ਕਿ ਉਹ ਇਸ ਗੱਲ ਦੇ ਬਾਰੇ ਪੂਰੀ ਦੁਨੀਆ ਦੇ ਵਿੱਚ ਜਾ ਕੇ ਚਰਚਾ ਕਰਨ ਕਿ ਅਸੀਂ ਕਿਹੜੇ ਅੱਛੇ ਤਰੀਕੇ ਦੇ ਨਾਲ ਆਪਣੀ ਡੈਮੋਕ੍ਰੇਸੀ ਚਲਾ ਰਹੇ ਹਾਂ, ਤੇ ਇਹ ਕਿਹੜੇ ਤਰੀਕੇ ਨਾਲ ਇੱਥੇ ਫਰੀडम ਹੈਗੀ ਹੈ ਇੰਡੀਆ ਦੇ ਵਿੱਚ ਹਰ ਚੀਜ਼ ਦੀ, ਐਸ ਪਰ ਦੀ ਕਨਸਟੀਟਿਊਸ਼ਨ ਵਿਚ ਇਜ਼ ਵਨ ਆਫ ਦ ਬੈਸਟ ਕਨਸਟੀਟਿਊਸ਼ਨ ਇਨ ਦ ਵਰਲਡ। ਜਿਹੜੇ ਕਨਸਟੀਟਿਊਸ਼ਨ ਦੇ ਮੁਤਾਬਕ ਕੀ ਐਨਆਰਆਈਸ ਨੂੰ ਰਾਈਟ ਮਿਲਦੇ ਆ ਆਪਣੇ ਕਰਨਲ ਸਾਹਿਬ? ਹਾਂਜੀ, ਦੇਖੋ ਐਨਆਰਆਈਸ ਦੇ ਜਿਹੜੇ ਰਾਈਟਸ ਨੇ ਉਹ ਕਾਫੀ ਦੇਰ ਤੋਂ, ਜਦੋਂ ਦਾ ਪ੍ਰਵਾਸੀ ਦਿਵਸ ਸ਼ੁਰੂ ਹੋਇਆ 2003 ਦੇ ਵਿੱਚ ਸ਼ੁਰੂ ਕੀਤਾ ਸੀਗਾ ਅਟਲ ਬਿਹਾਰੀ ਵਾਜਪਾਈ ਦੀ ਬੀਜੇਪੀ ਐਨਡੀਏ ਗਵਰਨਮੈਂਟ ਨੇ, ਉਹਦੇ ਬਾਅਦ ਬੜੀ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਨੇ ਵੀ ਇਹਨੂੰ ਕੈਰੀ ਔਨ ਕੀਤਾ। ਇਹ 17th ਦਿਵਸ ਹੈਗਾ, ਇਹਦੇ ਵਿੱਚ ਇੰਟਰੈਕਸ਼ਨ ਬਹੁਤ ਹੁੰਦਾ ਹੈ, ਇੰਟਰੈਕਸ਼ਨ ਦੇ ਵਿੱਚ ਬਹੁਤ ਸਾਰੇ ਪੁਆਇੰਟਸ ਨਿਕਲੇ ਨੇ, ਤੇ ਓਵਰ ਦ ਇਅਰਸ ਮੈਂ ਇਹ ਕਾਂਗਰਸ ਨੂੰ ਵੀ ਸ਼੍ਰੇਅ ਦੇਵਾਂਗਾ ਕਿ ਉਹਨਾਂ ਨੇ ਕਾਫੀ ਪੁਆਇੰਟਸ ਐਨਆਰਆਈਸ ਦੇ ਠੀਕ ਕੀਤੇ, ਤੇ ਅਸੀਂ ਜਦੋਂ ਦੇ ਆਏ ਹਾਂ ਅਸੀਂ ਵੀ ਉਹਨਾਂ ਦੇ ਉੱਤੇ ਕਰ ਰਹੇ ਹਾਂ। ਅਸੀਂ ਉਹਨਾਂ ਦੇ ਵਾਸਤੇ OCI ਕਾਰਡਸ ਵਗੈਰਾ ਜਿਹੜੇ ਨੇ ਉਹਨਾਂ ਦਾ ਆਣਾ ਜਾਣਾ ਕਾਫੀ ਈਜ਼ੀ ਕਰ ਦਿੱਤਾ ਹੈ, ਤੇ ਆਈ ਥਿੰਕ ਐਨਆਰਆਈਸ ਹੈਗੇ ਤੇ ਸਾਡੇ ਹੀ ਨੇ, ਦੇ ਆਰ ਭਾਰਤੀਏ ਨੇ, ਤੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਸਿਲਿਟੀ ਦੇਣੀ ਐਨਡੀਏ ਗਵਰਨਮੈਂਟ ਦੀ ਪਾਲਿਸੀ ਹੈ, ਤੇ ਪਾਲਿਸੀ ਅੱਗੇ ਚੱਲਦੀ ਰਹੇਗੀ। ਇਟ ਇਜ਼ ਵੈਰੀ ਇੰਪੋਰਟੈਂਟ ਐਂਡ ਵੈਰੀ ਇੰਪੋਰਟੈਂਟ ਫॉर द ਕੰਟਰੀ ਐਂਡ ਵੈਰੀ ਸਿਗਨੀਫਿਕੈਂਟ ਫॉर ਦੀ यूनियन गवर्नमेंट, द गवर्नमेंट ऑफ इंडिया। ठीक है सर। डॉक्टर यशपाल सिंह बाजवा, मदर ऑफ डेमोक्रेसी क्या प्रधानमंत्री ने, तो ਤੁਸੀਂ ਹਮੇਸ਼ਾ ਇੱਥੇ ਸਵਾਲ ਚੁੱਕਦੇ ਹੋ ਆ ਕੇ ਕਿ ਕਨਸਟੀਟਿਊਸ਼ਨ ਦੇ ਮੁਤਾਬਕ ਸਾਨੂੰ ਰਾਈਟ ਨਹੀਂ ਦਿੱਤੇ ਜਾਂਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਜੋ ਪ੍ਰਵਾਸੀ ਭਾਰਤੀਆਂ ਲਈ ਇਸ ਕੇਂਦਰ ਸਰਕਾਰ ਨੇ ਕੀਤਾ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ। ਡਾਕਟਰ ਯਸ਼ਪਾਲ ਸਿੰਘ ਬਾਜਵਾ ਨਾਲ ਹੀ ਉਹ ਕਹਿੰਦੇ ਸਾਡੇ ਅੱਗੇ ਚੁਣੌਤੀਆਂ ਬਹੁਤ ਹੈ, ਪਰ ਉਹ ਚੁਣੌਤੀਆਂ ਦੇ ਵਿਚਾਲੇ ਅਸੀਂ ਜੋ ਕੰਮ ਕਰ ਰਹੇ ਹਾਂ, ਤੁਸੀਂ ਸਾਡੇ ਬ੍ਰਾਂਡ ਅੰਬੈਸਡਰ ਹੋ, ਸਾਡੇ ਰਾਸ਼ਟਰਦੂਤ ਹੋ, ਤੁਸੀਂ ਜਾ ਕੇ ਗੱਲਾਂ ਦੱਸਣੀਆਂ ਪੂਰੀ ਦੁਨੀਆ ਦੇ ਵਿੱਚ। ਹਾਂਜੀ, ਮੈਂ ਉਹਨਾਂ ਦੀ ਸਪੀਚ ਸੁਣੀ ਹੈ ਕੋਈ ਅੱਧਾ ਪੌਣਾ ਘੰਟਾ ਪਹਿਲਾਂ, ਥੋੜਾ ਟਾਈਮ ਦਾ ਡਿਫਰੈਂਸ ਹੁੰਦਾ। ਦੋ ਤਿੰਨ ਗੱਲਾਂ ਮੈਂ ਉੱਥੇ ਤੁਹਾਡੇ ਨਾਲ ਡਿਸਕਸ ਕਰਨੀਆਂ ਜੀ। ਜੋ ਉਹਨਾਂ ਨੇ ਸਾਰੀ ਗੱਲ ਕਹੀ ਹੈ ਸਪੀਚ 'ਚ, ਠੀਕ ਹੈ, ਵੈਲਕਮ ਹੈ, ਸਾਨੂੰ ਐਨਆਰਆਈਆਂ ਨੂੰ ਬੜਾ ਸੱਦਾ ਦਿੱਤਾ, ਬਹੁਤ ਅੱਛੀ ਗੱਲ। ਪਰ ਮੈਂ ਦੋ ਗੱਲਾਂ ਉਹਨਾਂ ਦੀਆਂ ਹੋਰ ਨੋਟ ਕੀਤੀਆਂ। ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰਵਾਸੀ ਭਾਰਤੀ ਬੜੀ ਦੇਰ ਪਹਿਲਾਂ ਇੱਥੋਂ ਗਏ ਸੀ, ਕਿਉਂਕਿ 100 ਸਾਲ ਤੋਂ ਵੀ ਉੱਤੇ ਹੋ ਗਏ ਜਿਹੜੇ ਲੋਕ ਇੱਥੇ ਹਨ, ਉਹਨਾਂ ਲਈ ਕੋਈ ਹਿਸਟਰੀ ਜਾਂ ਨਾਂ ਰੱਖੋ। ਮੈਂ ਸਾਰਿਆਂ ਨੂੰ ਤੁਹਾਨੂੰ ਦੱਸਦਾ ਕਿ ਕਿਆ ਤੁਸੀਂ ਦਲੀਪ ਸਿੰਘ ਸੌਂਦ ਦੇ ਨਾਂ ਦੇ ਨਾਲ ਫੈਮਿਲੀਅਰ ਹੈਗੇ ਜੀ? ਦਲੀਪ ਸਿੰਘ ਸੌਂਦ ਕੌਣ ਸੀਗਾ? ਇਹ ਪੰਜਾਬ ਦਾ ਇੱਕ ਯੰਗ ਮੈਨ ਸੀ, 1920-21 ਚ ਅਮਰੀਕਾ ਚ ਆਇਆ। ਅਰੇ ਇੱਥੇ ਆ ਕੇ ਇਹਨੇ ਐਜੂਕੇਸ਼ਨ ਵੀ ਲਈ, ਪੜ੍ਹਿਆ ਲਿਖਿਆ ਸੀ, ਔਰ ਇਹ ਪੋਲੀਟੀਕਲ ਸਿਸਟਮ ਚ ਕਨੈਕਟ ਹੋਇਆ ਇੱਥੇ ਅਮਰੀਕਾ ਕਿ ਜਦੋਂ ਬਹੁਤ ਔਖਾ ਸੀ, ਪਰ ਕਰਦੇ ਕਰਦੇ ਇਹ 1955 ਚ ਕਾਂਗਰਸ US ਕਾਂਗਰਸਮੈਨ ਨੇ ਜਿੱਤ ਗਏ। ਔਰ ਇਹ ਜਿੱਤ ਕੇ ਇਹਨਾਂ ਦੀਆਂ ਦੋ ਪ੍ਰਾਪਤੀਆਂ, ਇੱਕ ਤਾਂ ਸਾਡਾ ਰਾਹ ਖੋਲਿਆ ਸਾਰੇ ਕੰਟਰੀ ਦਾ। ਹੀ ਇਜ਼ ਨਾਟ ਫਰਮ ਇੰਡੀਆ, ਹੀ ਇਜ਼ ਦਾ ਨੰਬਰ 1 ਫਰਮ ਏਸ਼ੀਆ, ਜਿਹਦੇ ਵਿੱਚ ਉਹਨਾਂ ਦਿਨਾਂ 'ਚ ਜਿਹੜੇ ਮਰਜ਼ੀ ਤੁਸੀਂ ਕੰਟਰੀ ਗਿਣ ਲਓ, ਪੈਸੀਫਿਕ ਆਈਲੈਂਡ। ਉਹਨਾਂ ਨੇ ਇੱਕ ਤਾਂ ਸਾਡੇ ਰਾਈਟ ਵਧਾਏ, ਔਰ ਦੂਜਾ ਇੱਥੋਂ ਦੀ ਸਿਟੀਜ਼ਨਸ਼ਿਪ ਦਾ ਰਾਹ ਸਿੱਧਾ ਕੀਤਾ। ਹੋਰ ਵੀ ਕਈ ਲੈਜਿਸਲੇਸ਼ਨ ਉਹ ਬਣਾਏ। ਕਿਆ ਆਪਣੇ ਹਿੰਦੁਸਤਾਨ 'ਚ ਅਗਰ ਇਹੀ ਕਰਨਾ ਸੀ ਤਾਂ ਉਹ ਪੁਰਾਣਾ ਕਾਂਗਰਸਮੈਨ ਦੇ ਨਾਤੇ ਸਭ ਤੋਂ ਪਹਿਲਾ ਇੰਡੀਅਨ ਬੰਦਾ ਸੀਗਾ ਜਿਹੜਾ ਕਿਸੇ ਸਿਸਟਮ ਦੇ ਵਿੱਚ ਆਇਆ। ਈਵਨ ਮੇਰੇ ਖਿਆਲ ਉਦੋਂ ਇੰਗਲੈਂਡ 'ਚ ਵੀ ਕੋਈ ਬੰਦਾ, ਇੱਕ ਤਾਂ ਉਹਦਾ ਸਨਮਾਨ ਕਰਨਾ ਬਣਦਾ ਸੀ ਅਗਰ ਹਿਸਟਰੀ 'ਚ ਲਿਖਣਾ। ਨੰਬਰ 2 ਮੈਂ ਦੇਖ ਰਿਹਾ ਸੀ ਵੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆਪਣੀ ਕੰਟਰੀ ਦਾ ਚੰਗਾ ਕਰਿਆ ਕਰੋ। ਵੈਸੇ ਇਹ ਬੜੀ ਅੱਛੀ ਗੱਲ ਹੈ, ਔਰ ਸਾਰੇ ਹੀ ਇੱਥੇ ਕਰਦੇ। ਜਦੋਂ ਅਸੀਂ ਇੱਥੇ ਆ ਜਾਂਦੇ ਹਾਂ ਕੋਈ ਨਿੰਦੇ ਅਸੀਂ ਨਿੰਦੇ ਨਹੀਂ ਗਏ, ਪਰ ਅਸੀਂ ਕ੍ਰਿਟਿਕ ਜ਼ਰੂਰ ਕਰਦੇ ਹਾਂ, ਜਿਵੇਂ ਸਫਾਈ, ਹੈਲਥ, ਦੂਜੀਆਂ ਚੀਜ਼ਾਂ। ਹੁਣ ਤੀਜੀ ਇਹ ਗੱਲ ਆ, ਜੈ ਬੰਸ ਸਰਾਂ ਨੇ ਕਿਹਾ ਬਈ ਇਹ ਮਦਰ ਆਫ ਡੈਮੋਕ੍ਰੇਸੀ। ਦੇਖੋ ਗਿਣਤੀ ਹੈ, ਕੋਈ ਇਹ 'ਚ ਸ਼ੱਕ ਨਹੀਂ ਹੈ। ਇਹ ਵਧੀ ਹੈ ਕਿ ਨਹੀਂ ਵਧੀ, ਚੰਗੀ ਡੈਮੋਕ੍ਰੇਸੀ
ਤੁਸੀਂ ਲੋਕ ਉੱਥੇ ਰਹਿੰਦੇ ਜੇ। ਪਰ ਜੋ ਅਸੀਂ ਪੜ੍ਹਦੇ ਹਾਂ, ਇੱਕ ਯੂਰਪ ਚੋਂ ਇੰਡੈਕਸ ਨਿਕਲਿਆ ਸੀ, ਉਹਦੇ ਵਿੱਚ ਆਪਣੀ ਜਿਹੜੀ ਡੈਮੋਕ੍ਰੇਸੀ ਇੰਡੀਆ ਦੀ ਸੀ, ਲਫ਼ਜ਼ ਉਹਦਾ ਹੋਰ ਸੀ, ਪਰ ਇੱਕ ਕਿਸਮ ਦੀ ਸੀ ਵੀ ਹਾਲੇ ਥੋੜੀ ਇਨਕੰਪਲੀਟ ਹੈ, ਫਲਾਡ ਹੈ, ਉਹ ਇੰਡੈਕਸ ਬਣਦੇ ਆ। ਉਹ ਮੈਂ ਫਿਰ ਅਗਲੇ ਇੱਕ ਸਟੇਟਮੈਂਟ ਸੁਣੀ, ਉਹ ਕਹਿੰਦੇ ਜੀ ਇੰਡੀਆ ਨੂੰ ਥੱਲੇ ਦਿਖਾਉਣ ਦੀ ਕੋਸ਼ਿਸ਼ ਹੈ। ਔਰ ਲਾਸਟ ਵਨ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੇ ਮਿਲਟ ਦੀ ਗੱਲ ਕੀਤੀ ਹੈ, ਐਗਰੀਕਲਚਰ ਦੀ, ਪੰਜਾਬ ਸਟੇਟ ਸਾਡੀ ਹੈ, ਸਾਡੇ ਉੱਥੇ ਥੋੜੀ ਜਿਹੀ ਕ੍ਰਾਈਸਿਸ ਵੀ ਚੱਲ ਰਹੀ ਆ, ਸਾਨੂੰ ਉਹਦੇ ਵਿੱਚ ਥੋੜੀ ਜਿਹੀ ਹਿੰਮਤ ਦੇਣ, ਥੋੜਾ ਪੈਸਾ ਦੇਣ ਪੰਜਾਬ ਨੂੰ। ਔਰ ਅਸੀਂ ਉਹ ਜਿਹੜੇ ਮਿਲਟ ਹੈ, ਜਿਵੇਂ ਅਸੀਂ ਰਾਈਸ ਤੇ ਝੋਨਾ ਉਗਾਇਆ ਸੀ, ਉਵੇਂ ਅਸੀਂ ਮਿਲਟ ਵੀ ਦੇ ਕੇ ਉਗਾ ਕੇ ਦੇ ਸਕਦੇ ਹਾਂ। ਸੋ ਜੀ ਮੈਂ ਇਹ ਕਦਮ ਕਰਦਾ ਹਾਂ। ਠੀਕ ਹੈ, ਮੈਂ ਇੱਕ ਛੋਟਾ ਜਿਹਾ ਵਕਫਾ ਲੈ ਲਵਾਂ, ਵਕਫੇ ਤੋਂ ਵਾਪਸ ਆਵਾਂਗੇ। ਪ੍ਰਵਾਸੀ ਭਾਰਤੀਆਂ ਜ਼ਰੀਏ ਪ੍ਰਧਾਨ ਮੰਤਰੀ ਦੇ ਨਿਸ਼ਾਨੇ ਹੈ ਕਿ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਮਦਰ ਆਫ ਡੈਮੋਕ੍ਰੇਸੀ ਦੱਸ ਦੁਨੀਆ ਨੂੰ ਕੀ ਸੁਨੇਹਾ ਦਿੱਤਾ? ਮਿਸਟਰ ਖਡਿਆਲ, ਜੋ ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਨੂੰ ਮਦਰ ਆਫ ਡੈਮੋਕ੍ਰੇਸੀ ਕਹਿ ਕੇ ਪੁਕਾਰਦੇ ਆ, ਤਾਂ ਦੇਸ਼ ਵਾਸੀਆਂ ਦਾ ਸੀਨਾ ਵੀ ਗਰਮ ਨਾਲ ਚੌੜਾ ਹੁੰਦਾ ਤੇ ਪ੍ਰਵਾਸੀ ਭਾਰਤੀਆਂ ਦਾ ਵੀ, ਪਰ ਤੁਸੀਂ ਇਹਦੇ ਉਲਟ ਚੱਲਦੇ ਹੋ ਮਿਸਟਰ ਖਡਿਆਲ। ਉਹ ਤੋਂ ਪਹਿਲਾਂ ਨਾ ਮੈਂ ਇੱਕ ਵੀਡੀਓ ਦਿਖਾਉਣਾ ਚਾਹਣਾ, ਆ ਜ਼ਰਾ ਜ਼ੂਮ ਕਰਕੇ ਦਿਖਾ ਦਿਓ ਦਰਸ਼ਕਾਂ ਨੂੰ। ਇਹਦੇ ਵਿੱਚ ਜੇ ਲੋਕਾਂ ਨੂੰ ਦਿਖਾਈ ਦੇ ਰਿਹਾ, ਇੱਕ ਬੰਦਾ ਸੁੱਕੀ ਹੋਈ ਘਾਹ ਤੇ ਹਰਾ ਪੇਂਟ ਛਿੜਕ ਰਿਹਾ ਤਾਂ ਕਿ ਉਹ ਵਧੀਆ ਹਰੀ ਭਰੀ ਘਾਹ ਲੱਗੇ। ਤੇ ਉਵੇਂ ਹੀ ਹਿੰਦੁਸਤਾਨ ਦੇ ਵਿੱਚ ਬੀਜੇਪੀ ਨੇ ਡੈਮੋਕ੍ਰੇਸੀ ਨੂੰ ਵੀ ਸਿਖਾਤਾ ਹੈ। ਇਹਨਾਂ ਨੂੰ ਪਤਾ ਕੀ ਹੈ ਵੀ ਜਿੱਥੇ ਡਿਵੈਲਪਮੈਂਟ ਨਾ ਹੋਵੇ, ਉਹ ਡਿਸੈਪਸ਼ਨ ਨਾਲ, ਧੋਖੇ ਨਾਲ ਕੰਮ ਚਲਾ ਦੋ, ਡਿਪਿਕਸ਼ਨ ਨਾਲ ਕੰਮ ਚਲਾ ਦੋ। ਤੇ ਜਿੱਥੋਂ ਤੱਕ ਡੈਮੋਕ੍ਰੇਸੀ ਦੀ ਗੱਲ ਹੈ, ਹਿੰਦੁਸਤਾਨ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਸੀ, ਹੈ, ਰਹੂਗਾ। ਲੇਕਿਨ ਬੀਜੇਪੀ ਉਹ ਲੋਕਤੰਤਰ ਕਰ ਰਹੀ ਹੈ। ਪਹਿਲਾ ਤੁਸੀਂ ਫਰੀडम ਆਫ ਪ੍ਰੈਸ ਇੰਡੈਕਸ ਚੱਕ ਲਓ। ਅੱਛਾ ਕੇਪੀ ਜੀ ਮੈਨੂੰ ਇਕੋ ਸੁਣਾਈ ਦੇ ਰਹੀ ਹੈ, ਮੈਂ ਕੰਟੀਨਿਊ ਕਰਦਾ ਫਿਰ ਵੀ। ਪਹਿਲਾਂ ਤਾਂ ਫਰੀडम ਆਫ ਪ੍ਰੈਸ ਇੰਡੈਕਸ ਚੱਕ ਕੇ ਦੇਖ ਲਓ, ਹਿੰਦੁਸਤਾਨ ਦਾ 150 ਰੈਂਕ ਆਉਂਦਾ ਪੂਰੀ ਦੁਨੀਆ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ। ਮੀਡੀਆ ਇੱਕ ਪਿਲਰ ਹੈ ਡੈਮੋਕ੍ਰੇਸੀ ਦਾ, ਲੋਕਤੰਤਰ ਦਾ। ਤੇ ਮੈਨੂੰ ਲੱਗਦਾ ਹੈ ਬੀਜੇਪੀ ਭੁੱਲ ਗਈ ਕਿ ਡੈਮੋਕ੍ਰੇਸੀ ਦਾ ਅਸਲ ਅਰਥ ਕੀ ਹੁੰਦਾ ਹੈ। ਜਿਹੜੇ ਪ੍ਰੈਜ਼ੈਂਟ ਸੀਜੀਆਈ ਨੇ, ਉਹਨਾਂ ਨੇ ਵੀ ਕਿਹਾ, ਚੀਫ ਜਸਟਿਸ ਆਫ ਇੰਡੀਆ ਸਾਹਿਬ ਨੇ, ਕਹਿੰਦੇ ਡਿਸੈਂਟ ਇਜ਼ ਦਾ ਸੇਫਟੀ ਵਾਲ ਆਫ ਡੈਮੋਕ੍ਰੇਸੀ। ਮਤਭੇਦ ਡੈਮੋਕ੍ਰੇਸੀ ਦੀ ਕੰਧ ਹੁੰਦੀ ਹੈ। ਮਤਭੇਦ ਹੋਣਾ, ਵਿਚਾਰ ਵੱਖਰਾ ਹੋਣਾ, ਉਹ ਬੀਜੇਪੀ ਨੂੰ ਮਨਜ਼ੂਰ ਹੀ ਨਹੀਂ ਹੈ ਸਾਹਿਬ। ਤਾਂ ਕਰਕੇ ਡਿਬੇਟ, ਡਿਸਕਸ਼ਨ ਖਤਮ। ਲਾਅ ਆਪਦੀ ਮਰਜ਼ੀ ਨਾਲ ਜਦੋਂ ਜੀ ਕਰਦਾ ਹੈ, ਜਿਹੜਾ ਜੀ ਕਰਦਾ ਪਾਸ ਕਰ ਦਿੰਦੇ ਆ, ਜਿਹੜੇ ਮਰਜ਼ੀ ਐਮਬੈਡ ਦੇ ਅੰਡਰ ਪਾਸ ਕਰ ਦਿੰਦੇ ਆ। ਤੇ ਤੀਜਾ, ਭਾਰਤੀ ਜਨਤਾ ਪਾਰਟੀ ਨੇ ਅਕਾਊਂਟੇਬਿਲਿਟੀ ਖਤਮ ਕਰਤੀ। ਇਹਨਾਂ ਦਾ ਵਾਅਦਾ 15 ਲੱਖ ਦਵਾਂਗੇ। ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਰਿਸਪੌਂਸਿਬਿਲਿਟੀ ਤੇ ਅਕਾਊਂਟੇਬਿਲਿਟੀ ਦੀ। 15 ਲੱਖ ਕਿਹਾ ਸੀਗਾ, ਅੱਜ 9 ਸਾਲ ਹੋਣ ਵਾਲੇ ਹੈ ਤੇ 15 ਰੁਪਏ ਨਹੀਂ ਦਿੱਤੇ। ਫਿਰ ਇਹਨਾਂ ਨੇ ਡਬਲ ਕਰਨੀ ਸੀ ਫਾਰਮਰਸ ਇਨਕਮ, ਉਹ ਡਬਲ ਕਰਨੀ ਤਾਂ ਦੂਰ ਦੀ ਗੱਲ, ਘਟਾਤੀ ਅੱਧੀ ਤੋਂ ਵੀ ਜ਼ਿਆਦਾ, ਤੇ ਫਾਰਮਰ ਸੁਸਾਈਡਸ ਵੀ ਵੱਧ ਗਏ। ਜਿੱਥੋਂ ਤੱਕ ਡਾਇਸਪੋਰਾ ਕੰਸਰਨਡ ਹੈ, ਪੰਜਾਬ ਦੀ ਕਿਉਂਕਿ ਡਿਬੇਟ ਹੈ, ਮੈਂ ਉਹੀ ਦੱਸ ਦਿੰਦਾ ਕਿ ਪੰਜਾਬ ਦੇ ਐਨਆਰਆਈਜ਼ ਜਿਹੜੇ ਹੈ, ਉਹ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਇਸ਼ੂ ਉੱਭਰ ਕੇ ਆਇਆ ਕਿ ਇੱਥੇ ਇੱਕ ਤਾਂ ਲੈਂਡ ਗ੍ਰੈਬ ਇਸ਼ੂਜ਼ ਬਹੁਤ ਹੈ, ਕਬਜ਼ਾ ਬਹੁਤ ਹੁੰਦਾ ਜ਼ਮੀਨ ਤੇ, ਅਨਨੈਸੈਸਰਲੀ ਪਤਾ ਨਹੀਂ ਲੱਗਦਾ ਕੌਣ ਕਬਜ਼ਾ ਕਰ ਲੈਂਦਾ ਤੇ ਉਹਦੇ ਬਾਅਦ ਛੁਡਾਇਆ ਨਹੀਂ ਜਾਂਦਾ। ਦੂਜਾ ਇਸ਼ੂ ਹੈ ਕਰਪਸ਼ਨ, ਪਟਵਾਰੀ ਲੈਵਲ ਤੇ, ਥੱਲੇ ਗਰਾਊਂਡ ਲੈਵਲ ਤੇ। ਤੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਵੀ ਹੈ, ਉਹ ਵੀ ਬੀਜੇਪੀ ਦੇ ਨਕਸ਼ੇ ਕਦਮ ਤੇ ਚੱਲ ਰਹੀ ਹੈ। ਕਹਿੰਦੇ 365 ਦਿਨਾਂ ਦੇ ਵਿੱਚ ਤੁਹਾਨੂੰ 2 ਵਾਰੀ ਤੁਹਾਡੇ ਨਾਲ ਮੁਲਾਕਾਤ ਕਰਿਆ ਕਰਾਂਗੇ ਤਾਂ ਕਿ ਸਮਾਧਾਨ ਕੱਢ ਸਕੀਏ। ਹੁਣ ਇੱਥੋਂ ਪਤਾ ਲੱਗ ਜਾਂਦਾ ਹੈ ਵੀ ਨੀਅਤ ਨਹੀਂ ਹੈਗੀ, ਇੰਟੈਂਸ਼ਨ ਹੀ ਨਹੀਂ ਹੈ। ਦੇਰਫੋਰ ਇਹਦੇ ਸ਼ਗੂਫੇ ਚੱਲ ਰਹੇ। ਸੋ ਦੇਰਫੋਰ ਮੈਂ ਕਹੂੰਗਾ ਸੁੱਕੀ ਹੋਈ ਘਾਹ ਤੇ ਨਾ ਪੇਂਟ ਛਿੜਕਣ ਨਾਲੋਂ ਉਹ ਘਾਹ ਨੂੰ ਹਰੀ ਉਗਾ ਲਓ, ਉੱਥੇ ਮਿਹਨਤ ਕਰ ਲਓ, ਉੱਥੇ ਕੰਮ ਲਾ ਲਓ। ਮਿਸਟਰ ਖੜਿਆਲ, ਜਦੋਂ ਸੱਤਾ ਤੋਂ ਬਾਹਰ ਹੁੰਦਾ ਬੰਦਾ ਇਹੋ ਜਿਹੇ ਸਵਾਲ ਹੀ ਚੁੱਕਦਾ। ਇੰਨੇ ਸਾਲ ਤੁਸੀਂ ਰਾਜ ਕੀਤਾ, ਉਦੋਂ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ? ਬਿਲਕੁਲ ਹੋ ਗਿਆ। ਨਾਲੇ ਬਤੌਰ ਆਪੋਜੀਸ਼ਨ ਅਸੀਂ ਸਵਾਲ ਨਾ ਕਰੀਏ ਕੇਪੀ ਜੀ, ਸਾਡੀ ਕਰੋ। ਕੌਣ ਮਨਾ ਕਰਦਾ? ਇਹੀ ਤਾਂ ਹੈਲਦੀ ਡੈਮੋਕ੍ਰੇਸੀ ਹੈ। ਤੁਸੀਂ ਕਹਿ ਰਹੇ ਹੋ ਨਾ ਸਿਰਫ, ਮੈਂ ਦੱਸਦਾ, ਤੁਸੀਂ ਕਹਿ ਰਹੇ ਹੋ ਵੀ ਸਿਰਫ ਆਪੋਜੀਸ਼ਨ ਸਵਾਲ ਹੁੰਦੇ ਆ, ਗਲਤ। ਜਦੋਂ ਅਸੀਂ ਪਾਵਰ 'ਚ ਵੀ ਸੀਗੇ ਉਦੋਂ ਬੀਜੇਪੀ ਦੇ ਲੀਡਰਸ ਅਪਰੀਸ਼ੀਏਟ ਕਰਦੇ ਹੁੰਦੇ ਸੀਗੇ ਵੀ ਬੀਜੇਪੀ ਦੇ ਲੀਡਰਸ ਨੂੰ ਪੂਰਾ ਮੌਕਾ ਦਿੱਤਾ ਜਾਂਦਾ ਸੀਗਾ ਆਪਦਾ
ਓਪੀਨੀਅਨ ਪੁੱਟ ਫਾਰਵਰਡ ਕਰਨ ਦਾ ਤੇ ਹਿੱਸਾ ਲਿਆ ਜਾਂਦਾ ਸੀ, ਸਟੇਕ ਹੁੰਦੀ ਸੀ ਉਹਨਾਂ ਦੇ ਵਿੱਚ। ਜੋ ਦੇਸ਼ ਦੇ ਵਿੱਚ ਲਾਅ ਲਾਗੂ ਹੋਣਾ ਹੈ, ਬੀਜੇਪੀ ਲੀਡਰਸ ਦਾ ਅਸੀਂ ਮੇਕ ਸ਼ੋਰ ਕਰਦੇ ਸੀ ਵੀ ਸਟੇਕ ਹੋਵੇ, ਪਾਰਟਿਸਿਪੇਸ਼ਨ ਹੋਵੇ। ਉਹਨੂੰ ਲੋਕਤੰਤਰ ਕਹਿੰਦੇ ਆ, ਉਹਨੂੰ ਖਤਮ ਕਰਨ ਨੂੰ ਡੰਡਾ ਤੰਤਰ ਕਹਿੰਦੇ ਆ, ਭੈ ਤੰਤਰ ਕਹਿੰਦੇ। ਜੋ ਤੁਸੀਂ ਇੰਡੀਆ ਨੂੰ ਮਦਰ ਆਫ ਡੈਮੋਕ੍ਰੇਸੀ ਨਹੀਂ ਮੰਨਦੇ ਮਿਸਟਰ ਖੜਿਆਲ? ਮੈਂ ਕਹਿੰਦਾ ਮੈਂ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਬਣਨਾ ਹੈ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ। ਬੀਜੇਪੀ ਉਹਦਾ ਘਾਣ ਕਰਨ ਚ ਤੁਲੀ ਹੋਈ ਹੈ, ਇਹ ਅਸੀਂ ਕਹਿੰਦੇ ਹਾਂ। ਠੀਕ ਹੈ ਮਿਸਟਰ ਪਾਸੀ, ਜੋ ਕਾਂਗਰਸ ਕਹਿ ਰਹੀ ਹੈ ਤੁਸੀਂ ਵੀ ਉਸੇ ਲਾਈਨ ਤੇ ਹੋ ਜਾਂ ਤੁਹਾਡੀ ਡਿਫਰੈਂਟ ਲਾਈਨ ਹੈ? ਇਹ ਦੇਖੋ, ਮੈਂ ਤਾਂ ਇੱਕ ਗੱਲ ਕਹੂੰਗਾ ਕਿ ਇਹ ਸੰਮੇਲਨ ਜਿਹੜਾ ਪਹਿਲਾਂ ਵੀ ਹੁੰਦਾ ਰਿਹਾ ਹੈ ਔਰ ਜਿਹੜਾ ਇਹ ਸੰਮੇਲਨ ਹੋ ਰਿਹਾ ਹੈ ਇਹਦੇ ਚ ਨੋ ਡਾਊਟ ਕਹਿੰਦੇ 70 ਦੇ ਕਰੀਬ ਉਦਯੋਗਪਤੀ ਆਣੇ ਹੈ, ਪਰ ਸਟੂਡੈਂਟਸ ਵੀ ਆਏ ਹੈ। ਅਗਰ ਇਹਦੀ ਮਨਸ਼ਾ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇੰਟਰਨੈਸ਼ਨਲ ਲੀਡਰ ਬਣਾਉਣ ਦੀ ਨਹੀਂ ਹੈ, ਕਿਉਂਕਿ ਹਿੰਦੁਸਤਾਨ ਦੇ ਵਿੱਚ ਹੀ ਬਹੁਤ ਸਮੱਸਿਆਵਾਂ। ਮੈਂ ਨਾ ਯੂਕੇ ਗਵਰਨਮੈਂਟ ਦੀ ਇੱਕ ਗਾਈਡਲਾਈਨਸ ਪੜ੍ਹ ਰਿਹਾ ਸੀ, ਆਪਣੇ ਜਿਹੜੇ ਵੀ ਉਹਨਾਂ ਦੇ ਸਿਟੀਜ਼ਨਸ ਇੰਡੀਆ ਚ ਆ ਰਹੇ ਆ ਤਾਂ ਉਹਨਾਂ ਨੇ ਇੱਕ ਗਾਈਡਲਾਈਨਸ ਜਾਰੀ ਕੀਤੀਆਂ ਸੀ ਕਿ ਇੰਡੀਆ ਦੇ ਵਿੱਚ ਜਿਹੜਾ ਸੈਕਸ਼ੂਅਲ ਅਸਾਲਟ ਬਹੁਤ ਹੈ ਤੇ ਅਵੋਇਡ ਨਾਈਟ ਟਰੈਵਲਿੰਗ, ਅਵੋਇਡ ਐਲੋਨ ਟੈਕਸੀ ਟੇਕਿੰਗ, ਇਦਾਂ ਦੀਆਂ ਗਾਈਡਲਾਈਨਸ ਬਹੁਤ ਆਈਆਂ। ਇੰਡੀਆ ਦੇ ਵਿੱਚ ਹਲੇ ਬਹੁਤ ਕੰਮ ਹੋਣਾ ਬਾਕੀ ਆ। ਫੋਰ ਐਗਜ਼ਾਮਪਲ ਕਰਪਸ਼ਨ ਇੰਡੀਆ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਹੈ, ਇਲਿਟਰੇਸੀ ਹੈ, ਐਜੂਕੇਸ਼ਨ ਸਿਸਟਮ ਸਾਡੇ ਬਹੁਤ ਸੁਧਾਰ ਮੰਗਦੇ ਆ, ਬੇਸਿਕ ਜਿਹੜੀ ਸੈਨੀਟੇਸ਼ਨਸ ਪ੍ਰੋਬਲਮ ਬਹੁਤ ਆ ਰਹੀਆਂ, ਹੈਲਥ ਕੇਅਰ ਸਿਸਟਮ, ਪਾਵਰਟੀ, ਪੋਲਿਊਸ਼ਨ, ਵੂਮਨ ਸੇਫਟੀ। ਮਤਲਬ ਮੈਂ ਇਹ ਗੱਲ ਕਹਿ ਰਿਹਾ ਕਿ ਨੋ ਡਾਊਟ ਜਿਹੜੇ ਸਾਡੇ ਪ੍ਰਵਾਸੀ ਹੈ ਸਾਡੇ ਲਈ ਬਹੁਤ ਪਿਆਰੇ ਹੈ, ਪਰ ਜੋ ਪਿਛਲਾ ਕਾਂਗਰਸ ਦਾ ਵੀ ਇਤਿਹਾਸ ਰਿਹਾ, ਬੀਜੇਪੀ ਦਾ ਵੀ ਇਤਿਹਾਸ ਰਿਹਾ, ਪ੍ਰਵਾਸੀ ਵੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਠੱਗਿਆ ਜਾਂ ਮਹਿਸੂਸ ਕਰਦੇ ਰਹੇ। ਜਿੱਦਾਂ ਹੁਣ ਧਾਲੀਵਾਲ ਸਾਹਿਬ ਦਾ ਕਹਿੰਦੇ ਕੱਲ ਸਨਮਾਨ ਕਰਨਾ, ਪਿਛਲੇ ਵਾਰੀ ਉਹਨਾਂ ਨੂੰ ਵਾਪਸ ਮੋੜਤਾ ਸੀਗਾ, ਆਪਾਂ ਇਹ ਜਾਣਦੇ ਆ। ਇਸ ਤੋਂ ਪਹਿਲਾਂ ਪ੍ਰਵਾਸੀਆਂ ਦੇ ਲਈ ਵੀ ਮੈਂ ਦੇਖੋ ਪੰਜਾਬ ਚੋਂ ਬਹੁਤ ਵੱਡੇ ਲੈਵਲ ਤੇ ਸਾਡੇ ਪ੍ਰਵਾਸੀ ਬਾਹਰ ਹੈ। ਚਾਹੀਦਾ ਸੀਗਾ ਕਿ ਸਾਰੀ ਸਟੇਟਸ ਦੇ ਚੀਫ ਮਿਨਿਸਟਰਸ ਨੂੰ ਵੀ ਉੱਥੇ ਇਨਵਾਈਟ ਕਰਿਆ ਜਾਂਦਾ, ਔਰ ਜਿਹੜੇ ਸਾਡੇ ਇੰਡੀਅਨ ਐਂਟਰਪ੍ਰੈਨਿਓਰਸ ਹੈ, ਇੰਡਸਟਰੀਅਲਿਸਟ ਹੈ, ਉਹਨਾਂ ਦੀ ਵੀ ਇੰਟਰੈਕਸ਼ਨ ਹੁੰਦੀ ਹੈ। ਸਾਰੀਆਂ ਚੀਜ਼ਾਂ ਇਗਨੋਰ ਕਰਤੀਆਂ ਗਈਆਂ। 10,000 ਦੇ ਕਰੀਬ ਉੱਥੇ ਕਰਮੀ ਲਾਇਆ ਗਿਆ। ਮੈਂ ਇੱਕ ਚੀਜ਼ ਦੱਸਣਾ ਚਾਹ ਰਿਹਾ, ਸਿਰਫ 1 ਮਿੰਟ ਲਊਂਗਾ ਸਰ, ਕਿ ਜਿੱਦਾਂ ਪਹਿਲਾਂ ਵੀ ਬੀਜੇਪੀ ਨੇ ਬੜਾ ਕੱਛਾ ਵਜਾਈਆਂ ਸੀਗੀਆਂ ਕਿ ਰਿਸ਼ੀ ਸੁਨਕ ਜੀ ਸਾਡੇ ਦੇਖੋ ਜੀ ਭਾਰਤੀ ਮੂਲ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣ ਗਏ, ਤੇ ਆਹ ਦੇਖੋ ਜੀ ਉਹ ਕੱਟੜ ਸਨਾਤਨੀ ਹਿੰਦੂ, ਤੇ ਉਹ ਜਦੋਂ ਬੀਫ ਲੈ ਕੇ ਖੜੇ ਸੀਗੇ ਫਿਰ ਉਹ ਇੱਕਦਮ ਬਚਾਓ ਕਰਨਾ ਔਖਾ ਹੋ ਗਿਆ। ਨੋ ਡਾਊਟ ਮੈਂ ਇਹਨਾਂ ਚੀਜ਼ਾਂ ਦੇ ਖਿਲਾਫ ਨਹੀਂ ਆ, ਪ੍ਰਵਾਸੀ ਸੰਮੇਲਨ ਹੋਣੇ ਚਾਹੀਦੇ ਆ, ਪਰ ਉੱਥੇ ਮਨਸ਼ਾ ਜ਼ਰੂਰੀ ਹੈ ਜੀ, ਕਿ ਮਨਸ਼ਾ ਦੇਸ਼ ਦੀ ਬਿਹਤਰੀ ਔਰ ਪ੍ਰਵਾਸੀਆਂ ਨੂੰ ਇੱਕ ਅੱਛਾ ਐਟਮੋਸਫੇਅਰ ਦੇਣ ਦੀ ਹੋਵੇ, ਨਾ ਕਿ ਉਹਦੇ ਪਿੱਛੇ ਜਿਹੜਾ ਉਹੀ ਲੱਗੇ ਕਿ ਨਹੀਂ ਜੀ ਅਸੀਂ ਤਾਂ ਮੋਦੀ, ਇਹ ਨਾ ਹੋਵੇ। ਨਹੀਂ, ਤੁਹਾਨੂੰ ਇਹ ਵੀ ਮਿਸਟਰ ਮੋਦੀ ਦਾ ਇਵੈਂਟ ਮੈਨੇਜਮੈਂਟ ਲੱਗਦਾ? ਬਿਲਕੁਲ ਮੈਨੂੰ ਇਹੀ ਲੱਗ ਰਿਹਾ, ਕਿਉਂਕਿ ਜ਼ਿਆਦਾਤਰ ਸਟੂਡੈਂਟਸ ਕਾਲ ਕੀਤੇ ਆ, ਕੱਲ ਨੂੰ ਕਹਿੰਦੇ ਕੁਝ ਉਦਯੋਗਪਤੀ ਆਣੇ ਆ, ਪਰ ਮੈਂ ਅੱਜ ਦੇਖ ਰਿਹਾ ਸੀਗਾ ਕਿ ਮਤਲਬ ਇਹਦੇ ਸਾਰਥਕ ਪਰਿਣਾਮ ਹੋਣੇ ਚਾਹੀਦੇ ਆ, ਸਾਰਥਕ ਸੋਚ ਹੋਣੀ ਚਾਹੀਦੀ ਹੈ, ਪੋਜ਼ਿਟਿਵ ਸੋਚ ਲੈ ਕੇ, ਔਰ ਬੇਸਿਕ ਜਿਹੜੀ ਸੋਚ ਹੋਣੀ ਚਾਹੀਦੀ ਹੈ ਉਹ ਇੰਡੀਆ ਦੀ ਬਿਹਤਰੀ ਹੋਣੀ ਚਾਹੀਦੀ ਹੈ, ਪਰ ਮੈਨੂੰ ਇਸ 'ਚ ਕਾਫੀ ਸ਼ੰਕੇ ਨਜ਼ਰ ਆ ਰਹੇ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆਵਾਂਗੇ। ਸਾਰੇ ਮਹਿਮਾਨਾਂ ਨੂੰ ਸੁਣਾਂਗੇ ਬੜੇ ਧਿਆਨ ਦੇ ਨਾਲ, ਕਿਉਂਕਿ ਜੇ ਇਹਨਾਂ ਮਹਿਮਾਨਾਂ ਨੂੰ ਸੁਣਾ ਕੇ ਤਾਂ ਹੀ ਪਤਾ ਲੱਗੂ ਪ੍ਰਵਾਸੀ ਭਾਰਤੀਆਂ ਬਾਰੇ ਕਿੰਨਾ ਜਾਣਦੇ ਆ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਮਦਰ ਆਫ ਡੈਮੋਕ੍ਰੇਸੀ ਦੱਸ ਦੁਨੀਆ ਨੂੰ ਕੀ ਸੁਨੇਹਾ ਦਿੱਤਾ? ਜੈਬੰਸ ਜੀ, ਮੋਦੀ ਸਾਹਿਬ ਨੇ ਕਿਹਾ ਸਪੀਡ ਇੰਡੀਆ ਦੀ, ਸਕੇਲ ਇੰਡੀਆ ਦਾ ਫਿਊਚਰ ਲੋਕ ਜਾਨਣਾ ਚਾਹੁੰਦੇ ਆ, ਕੈਸ਼ਲੈਸ ਇਕੋਨਮੀ ਦੀ ਉਹਨਾਂ ਨੇ ਗੱਲ ਕੀਤੀ ਹੈ, G20 ਸੰਮੇਲਨ ਦੀ ਉਹਨਾਂ ਨੇ ਗੱਲ ਕੀਤੀ ਹੈ। ਇਸ ਤੋਂ ਇਲਾਵਾ ਜਿਹੜੀ ਅਸੀਂ ਵਰਲਡ ਦੀ 5 ਲਾਰਜੈਸਟ ਇਕੋਨਮੀ ਆ ਉਹਦੇ ਵਿੱਚ ਸਾਡਾ ਜ਼ਿਕਰ ਹੋ ਰਿਹਾ, ਉਹਨਾਂ ਨੇ ਗੱਲ ਕੀਤੀ ਹੈ, 8 ਸਾਲ ਦਾ ਜ਼ਿਕਰ ਕੀਤਾ ਹੈ। ਕਰਨਜੈਬ ਸਿੰਘ, ਆਪੋਜੀਸ਼ਨ ਨੂੰ ਇਹ ਲੱਗਦਾ ਕਿ ਮੋਦੀ ਸਾਹਿਬ ਇਵੈਂਟ ਮੈਨੇਜਮੈਂਟ ਲਈ ਕੰਮ ਕਰਦੇ ਆ, ਪ੍ਰਵਾਸੀ ਭਾਰਤੀਆਂ ਦੀ ਉਹਨਾਂ ਨੂੰ ਚਿੰਤਾ ਨਹੀਂ ਹੈਗੀ। ਕਰਨਲ ਸਾਹਿਬ। ਕੇਪੀ ਸਿੰਘ ਜੀ, ਜਦੋਂ ਮੈਨੂੰ ਅੱਜ ਡਿਬੇਟ ਦੇ ਵਿੱਚ ਬੁਲਾਇਆ ਗਿਆ ਸੀਗਾ ਤੇ ਮੈਂ ਕਾਫੀ ਖੁਸ਼ ਸੀਗਾ, ਕਿਉਂਕਿ ਤੁਹਾਡਾ ਜਿਹੜਾ ਚੈਨਲ ਹੈ ਇਹ ਜ਼ਿਆਦਾ ਮੇਰੇ ਖਿਆਲ ਫੋਰਨ ਕੰਟਰੀਜ਼ ਦੇ ਵਿੱਚ, ਸਪੈਸ਼ਲੀ ਕੈਨੇਡਾ ਦੇ ਵਿੱਚ ਚੱਲਦਾ ਹੈ, ਤੇ ਐਡਾ ਵੱਡਾ ਸਾਡੇ ਨੇਸ਼ਨ ਦੇ ਵਿੱਚ ਇੱਕ ਇਵੈਂਟ ਹੋ ਰਿਹਾ ਹੈ, ਉਹਦੇ ਬਾਰੇ ਸਾਨੂੰ ਇੱਥੇ ਬੋਲਣ ਦਾ ਮੌਕਾ ਮਿਲਦਾ। ਮੈਨੂੰ ਬੜਾ ਅਫਸੋਸ ਹੋ ਰਿਹਾ ਹੈ, ਸਪੈਸ਼ਲੀ ਕਾਂਗਰਸ ਦੇ ਪੁਆਇੰਟ ਆਫ ਵਿਊ ਦੇ ਉੱਤੇ, ਕਿ ਇੰਸਟੈਡ ਆਫ ਸਪੀਕਿੰਗ ਅਬਾਊਟ ਪ੍ਰਵਾਸੀ ਭਾਰਤੀ, ਇੰਸਟੈਡ ਆਫ ਸਪੀਕਿੰਗ ਅਬਾਊਟ NRIs, ਇਹਨਾਂ ਨੇ ਇਹਨੂੰ ਆਊਟ ਐਂਡ ਆਊਟ ਇਹਨੂੰ ਪੋਲੀਟੀਸਾਈਜ਼ ਕਰਨ ਦੀ ਕੋਸ਼ਿਸ਼ ਕਰ ਦਿੱਤੀ ਹੈ। ਇਹ ਕੀ ਫਰੀडम ਨਹੀਂ ਹੈ ਇੱਥੇ ਇੰਡੀਆ ਦੇ ਵਿੱਚ? ਫਰੀडम ਇਹ ਇਹਨਾਂ ਗੱਲਾਂ ਦਾ ਪ੍ਰਵਾਸੀਆਂ ਦੇ ਨਾਲ ਕੀ ਲੈਣਾ ਦੇਣਾ ਹੈ? ਸਾਨੂੰ ਆਪਣੇ
ਜਿਹੜਾ ਸਾਨੂੰ ਸਬਜੈਕਟ ਦਿੱਤਾ ਹੁੰਦਾ ਹੈ ਨਾ, ਉਹ ਸਬਜੈਕਟ ਦੇ ਉੱਤੇ ਸਾਨੂੰ ਫੋਕਸ ਕਰਨਾ ਚਾਹੀਦਾ ਹੈ। ਤੇ ਬਾਕੀ ਪਾਸੀ ਜੀ ਕਹਿੰਦੇ ਕਿ ਇੰਟਰਨੈਸ਼ਨਲ ਬਣਾਉਣ ਵਾਸਤੇ ਆਪਣਾ ਮੋਦੀ ਜੀ ਦਾ ਛਵੀ ਬਣਾਉਣ ਵਾਸਤੇ ਉਹਨਾਂ ਨੂੰ ਇੰਟਰਨੈਸ਼ਨਲ ਲੀਡਰ, ਯਾਰ ਇੰਟਰਨੈਸ਼ਨਲ ਲੀਡਰ ਤੇ ਉਹ ਜਿੱਦਣ 2014 ਚ ਆਏ ਸੀ, ਪਹਿਲੀ ਵਾਰੀ US ਚ ਗਏ ਸੀ, ਉਦੋਂ ਹੀ ਬਣ ਗਏ ਸੀਗੇ। We do not need to call 3,500 people from across the world ਇਹ ਪ੍ਰੂਵ ਕਰਨ ਵਾਸਤੇ ਕਿ ਉਹ ਇੰਟਰਨੈਸ਼ਨਲ ਲੀਡਰ ਹੈਗੇ ਨੇ। ਤੁਸੀਂ ਉਹਨਾਂ ਦੀ ਸਟੈਂਡਿੰਗ ਦੇਖ ਲਓ ਪੂਰੀ ਵਰਲਡ ਦੇ ਵਿੱਚ ਕੀ ਹੈ। ਸੋ ਆਪਾਂ ਇਦਾਂ ਕਰਨੇ ਆ ਨਾ, ਲੈਟ ਅਸ ਨਾਓ ਕਨਸੈਂਟਰੇਟ ਔਨ ਦ NRIs, ਜਿਹੜਾ ਥੋੜਾ ਜਿਹਾ ਟਾਈਮ ਰਹਿ ਗਿਆ ਇੱਥੇ, ਅਸੀਂ ਉਹਦੇ ਤੇ ਕਨਸੈਂਟਰੇਟ ਕਰੀਏ। ਤੇ ਜਿਹੜਾ ਇਹ ਪ੍ਰਵਾਸੀ ਉੱਥੇ ਕੀਤਾ ਤੁਸੀਂ ਦੇਖੋ ਬੜਾ ਸ਼ਾਨਦਾਰ ਕੀਤਾ ਹੈ। ਉਹਨਾਂ ਨੂੰ ਦੇਣ ਵਾਸਤੇ ਕੀਤਾ ਗਿਆ ਸੀਗਾ, ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਆਨਰ ਕਰਨ ਵਾਸਤੇ। ਤੇ ਪਹਿਲੀ ਗੱਲ ਮੈਂ ਪੰਜਾਬ ਦੀ ਗੱਲ ਕਰਾਂ, ਤੁਸੀਂ ਦੇਖੋ ਆਪਣੀ ਜਿਹੜੀ ਸਟੇਟਸਮੈਨਸ਼ਿਪ ਹੈਗੀ ਹੈ ਸਾਡੀ ਗਵਰਨਮੈਂਟ ਦੀ, BJP ਗਵਰਨਮੈਂਟ ਦੀ, ਕਿ ਜਿਸ ਆਦਮੀ ਨੂੰ ਪਹਿਲੇ ਕਿਹਾ ਗਿਆ ਸੀਗਾ ਕਿ ਉਹਨਾਂ ਨੇ BJP ਦੇ ਅਗੇਂਸਟ ਖੜੇ ਹੋਏ ਸੀ ਫਾਰਮ ਲਾਅ ਦੇ ਵਿੱਚ, ਪਰ ਅਸੀਂ ਇਹ ਸਮਝਿਆ ਕਿ ਉਹਨਾਂ ਨੂੰ ਸਨਮਾਨਿਤ ਕਰਨਾ ਬਹੁਤ ਜ਼ਰੂਰੀ ਹੈ। ਤਾਂ ਵੀ ਹੈਵ ਗੋਨ ਬਿਯੋਂਡ ਆਰ ਵੈਸਟਡ ਇੰਟਰਸਟ ਔਰ ਪਾਰਟੀ ਲਾਈਨ, ਤੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਉੱਥੇ। ਮੇਰਾ ਖਿਆਲ ਇਸ ਗੱਲ ਦੇ ਵਾਸਤੇ ਪੰਜਾਬ ਨੂੰ ਕੁਛ ਨਾ ਕੁਛ ਖੁਸ਼ੀ ਹੋਣੀ ਚਾਹੀਦੀ ਹੈ। ਬਾਕੀ ਜਿਹੜੀਆਂ ਗੱਲਾਂ ਜਿਹੜੀਆਂ ਉੱਥੇ ਹੋਈਆਂ ਨੇ ਯੂਥ ਦੇ ਬਾਰੇ, ਹੈਲਥ ਕੇਅਰ ਦੇ ਬਾਰੇ, ਸੌਫਟ ਪਾਵਰ ਦੀ ਇੰਡੀਆ ਦੀ ਜਿਹੜੀ ਗੱਲ ਹੋਈ ਹੈ, ਕਰਨਾ ਜੈਵੰਤ ਸਿੰਘ ਨੂੰ ਆਪਾਂ ਇਸ ਤਰੀਕੇ ਸਮਝੀਏ ਕਿ ਭਾਰਤ ਸਰਕਾਰ ਨੇ ਹੁਣ ਗਲਤੀ ਸੁਧਾਰੀ ਹੈ ਮਿਸਟਰ ਧਾਲੀਵਾਲ ਦੇ ਆਨਰ ਦੀ ਗੱਲ ਕਰਕੇ? ਨਹੀਂ, ਗਲਤੀ ਤੇ ਪਹਿਲੇ ਵੀ ਕੋਈ ਗਲਤੀ ਨਹੀਂ ਸੀਗੀ ਉਹਨਾਂ ਨੂੰ ਉੱਥੇ ਭੇਜਣ ਦੀ, ਉਹ ਵੀ ਠੀਕ ਸੀਗਾ। ਇਹ ਭਾਰਤ ਸਰਕਾਰ ਨੇ ਦਿਖਾਇਆ ਵੈ ਕਿ ਅਸੀਂ ਕਿਸੇ ਵੀ ਚੀਜ਼ ਦੇ ਵਿੱਚ ਕੋਈ ਦੁਈ ਦਵੈਤ ਨਹੀਂ ਰੱਖਦੇ। ਉਹ ਇੱਕ ਅਲੱਗ ਟਾਈਮ ਸੀਗਾ ਤੇ ਸਟੇਟਸਮੈਨਸ਼ਿਪ ਦਿਖਾਈ ਹੈ ਕਿ ਕੋਈ ਅਸੀਂ ਵਿਚ ਹੰਟ ਨਹੀਂ ਕਰਦੇ ਜਿੱਦਾਂ ਕਈ ਪਾਰਟੀਆਂ ਜਿਹੜੀਆਂ ਨੇ। ਠੀਕ ਹੈ ਕਰਨਾ ਸਾਹਿਬ, ਵਾਪਸ ਆ ਜਾਊਗਾ ਮੈਂ ਤੁਸੀਂ ਡਿਸਕਨੈਕਟ ਹੋ ਗਏ ਮੈਨੂੰ ਲੱਗਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਹੁਣ NRIs ਦੇ ਬਾਰੇ ਜ਼ਿਆਦਾ ਫੋਕਸ ਕਰਕੇ ਇਹ ਦੇਖਣਾ ਚਾਹੀਦਾ ਹੈ ਕਿ ਪ੍ਰਵਾਸੀ ਭਾਰਤੀ ਦੇ ਵਿੱਚ ਜਿਸ ਤਰੀਕੇ ਦੀਆਂ ਗੱਲਾਂ ਪ੍ਰਾਈਮ ਮਿਨਿਸਟਰ ਨੇ ਕਹੀਆਂ ਨੇ, ਉਹ ਅਸੀਂ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਪਲਾਈ ਕਰ ਸਕਨੇ ਆ। ਚਲੋ ਮੈਂ ਪੰਜਾਬ ਦੇ ਪੁਆਇੰਟ ਆਫ ਵੀ ਨਾਲ ਸਵਾਲ ਕਰ ਲੈਣਾ ਕਰਨਾ ਜੈਵੰਤ ਸਿੰਘ ਜੀ। ਪੰਜਾਬ ਦੇ ਵਿੱਚੋਂ ਪ੍ਰਵਾਸੀ ਬਹੁਤ ਹੈ, ਦੇਸ਼ ਦੁਨੀਆ ਦੇ ਵਿੱਚ ਇੱਥੋਂ ਗਏ ਆ, ਵਸੇ ਹੋਏ ਆ। ਮੇਰਾ ਸਵਾਲ ਹੈ ਕਰਨਲ ਸਾਹਿਬ, ਜਿਹੜਾ ਪ੍ਰਵਾਸੀ ਭਾਰਤੀ ਦਿਵਸ ਹੁੰਦਾ ਇਸ ਪੱਧਰ ਦਾ ਕਦੇ ਅੰਮ੍ਰਿਤਸਰ ਜਾਂ ਚੰਡੀਗੜ੍ਹ ਵਿੱਚ ਹੋਇਆ ਸਰ? ਦੇਖੋ ਅੱਛਾ, ਪਹਿਲੀ ਗੱਲ ਤੇ ਪ੍ਰਵਾਸੀ ਭਾਰਤੀ ਜਿਹੜਾ ਹੈਗਾ ਨਾ, ਇਹ ਬੇਸਿਕਲੀ ਦਿੱਲੀ ਚ ਹੁੰਦਾ ਸੀਗਾ ਔਰ ਥਰੂ ਦਾ ਕਾਂਗਰਸ ਟਾਈਮ, ਤੇ ਜਿਹੜਾ ਪਹਿਲਾਂ ਵਾਜਪਾਈ ਸਾਹਿਬ ਦਾ ਵੀ ਹੋਇਆ ਉਹ ਦਿੱਲੀ ਚ ਹੀ ਹੁੰਦਾ ਸੀਗਾ। ਇਹ ਸਿਰਫ ਇੱਕ ਵਾਰ ਮੇਰੇ ਖਿਆਲ ਪਹਿਲੇ ਕਿਤੇ ਇਹ BJP ਗਵਰਨਮੈਂਟ ਨੇ ਡਿਸਾਈਡ ਕੀਤਾ ਸੀਗਾ ਕਿ ਅਸੀਂ ਦੂਸਰੀਆਂ ਸਟੇਟਸ ਦੇ ਵਿੱਚ ਲੈ ਕੇ ਜਾਵਾਂਗੇ ਇਸ ਦਿਵਸ ਨੂੰ, ਤੇ ਉਹਦੇ ਵਾਸਤੇ ਇੱਕ ਵਾਰ ਪਹਿਲੇ ਮੇਰੇ ਖਿਆਲ ਭੋਪਾਲ ਕਿਤੇ ਹੋਇਆ, ਉਹਦੇ ਬਾਅਦ ਫਿਰ ਬੰਦ ਹੋ ਗਿਆ। ਇੱਕ ਵਾਰ ਆਨਲਾਈਨ ਹੋਇਆ, ਹੁਣ 4 ਸਾਲ ਦੇ ਬਾਅਦ ਦੁਬਾਰਾ ਹੋਇਆ। ਤੇ ਫਿਰ ਇੱਕ ਸੁਜੈਸ਼ਨ ਕਰਨਲ ਸਾਹਿਬ ਇੱਥੋਂ ਲੈ ਜਾਓ, ਕਰਨਲ ਸਾਹਿਬ ਇੱਕ ਸੁਜੈਸ਼ਨ ਲੈ ਲਓ ਪੰਜਾਬੀਆਂ ਦੀ, ਅੰਮ੍ਰਿਤਸਰ ਜਾਂ ਚੰਡੀਗੜ੍ਹ ਵਿੱਚ ਅਗਲਾ ਕਰ ਦਿਓ ਸਰ। ਅਰੇ ਗਵਰਨਮੈਂਟ ਆਫ ਪੰਜਾਬ ਨੂੰ ਇਹਦੇ ਵਾਸਤੇ ਆਪਣਾ ਅਪਲਾਈ ਕਰਨਾ ਪਏਗਾ ਨਾ। ਗਵਰਨਮੈਂਟ ਆਫ ਪੰਜਾਬ ਵਿਲ ਹੈਵ ਟੂ ਬਿਡ ਫॉर ਇਟ। ਅਗਰ ਬਿਡ ਕਰੇਗੀ ਤੇ ਸਾਨੂੰ ਇੱਥੇ ਕਰਨ ਦੇ ਵਿੱਚ ਕੀ ਪ੍ਰੋਬਲਮ ਹੈਗੀ ਹੈ BJP ਗਵਰਨਮੈਂਟ ਨੂੰ? ਠੀਕ ਹੈ, ਵੀ ਵਿਲ ਬੀ ਵੈਰੀ ਹੈਪੀ ਟੂ ਡੂ ਇਟ। ਠੀਕ। ਡਾਕਟਰ ਬਾਜਵਾ ਇਹ ਸੁਝਾਅ ਜਾਣਾ ਚਾਹੀਦਾ ਇੱਥੋਂ ਕਿ ਪ੍ਰਵਾਸੀ ਭਾਰਤੀ ਦਿਵਸ ਹੈ, ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਜਿਹੜਾ ਉਹ ਪੰਜਾਬ ਦੇ ਨੇੜੇ ਤੇੜੇ ਕਰਾਇਆ ਜਾਣਾ ਚਾਹੀਦਾ, ਜਾਂ ਅੰਮ੍ਰਿਤਸਰ ਹੋ ਜਾਏ ਜਾਂ ਚੰਡੀਗੜ੍ਹ ਹੋ ਜਾਏ। 에ਅਰ ਕਨੈਕਟੀਵਿਟੀ ਵੀ ਅੱਛੀ ਹੈ ਡਾਕਟਰ ਬਾਜਵਾ, ਹੋਟਲਸ ਵਗੈਰਾ ਵੀ ਹੈ। ਦੇਖੋ ਜੀ, ਮੈਂ ਚੰਡੀਗੜ੍ਹ ਸ਼ਹਿਰ ਹੈ ਪਰ ਪੰਜਾਬ ਚੋਂ ਪ੍ਰਵਾਸ ਬਹੁਤ ਪੁਰਾਣਾ ਹੋਇਆ। 1900 ਤੋਂ ਵੀ ਪਹਿਲਾਂ ਦੇ ਲੋਕ ਪਹਿਲਾਂ ਅਫਰੀਕਾ ਦੂਜੀਆਂ ਕੰਟਰੀਆਂ ਜਾਂਦੇ ਸੀ। ਮੇਰੇ ਆਪਣੇ ਮੇਰੀ ਸੋਚ ਦੇ ਮੁਤਾਬਕ ਵੀ ਅਗਰ ਇਹ ਚੰਡੀਗੜ੍ਹ ਚ ਹੁੰਦਾ ਤੇ ਬਹੁਤ ਚੰਗਾ ਸੀ, ਸਿਟੀ ਵੀ ਚੰਗਾ ਸੀ ਔਰ ਸਾਰੇ ਆਉਣੇ ਵੀ ਸੀ। ਚਲੋ ਉਹ ਤਾਂ ਉਹਨਾਂ ਦਾ ਤੁਹਾਡਾ ਆਪਣਾ, ਪਰ ਮੈਂ ਇੱਕ ਹੋਰ ਇੱਥੇ ਗੱਲ ਦੱਸਣ ਲੱਗਾ। ਇਕਾਨਮੀ ਨੋ ਡਾਊਟ ਇੰਡੀਆ ਦੀ ਵੱਧ ਰਹੀ, ਕੋਈ ਐਸੀ ਗੱਲ ਨਹੀਂ ਹੈ, ਦੁਨੀਆ ਨੂੰ ਵੀ ਪਤਾ, ਸਾਨੂੰ ਵੀ ਪਤਾ, ਨੰਬਰ ਆ ਰਹੇ ਹੈ। ਪਰ ਦੇਖੋ ਹੁਣ ਅਸੀਂ ਕੰਪੈਰੀਜ਼ਨ ਕਰ ਰਹੇ ਹਾਂ ਅਮਰੀਕਾ ਨਾਲ। ਜਿਹੜੇ ਲੋਕ ਇੱਥੋਂ ਜਾ ਕੇ ਉਹ ਸਨਮਾਨਿਤ ਹੁੰਦੇ ਆ, ਜਿਹੜੀ ਇੱਥੋਂ ਦੀ ਅਮਰੀਕਾ ਦੀ ਬਿਊਟੀ ਹੈ ਨਾ ਸਾਡੀ ਇਕਾਨਮੀ ਦੀ, ਇਹ ਉੱਤੇ ਥੱਲੇ ਇਹ ਵੀ ਹੁੰਦੀ ਰਹਿੰਦੀ ਹੈ, ਇੰਡੀਆ ਦੀ ਵੀ ਹੋਏਗੀ, ਸਾਰੇ ਕੰਟਰੀਆਂ ਦੀ ਹੋਏਗੀ, ਪਰ ਸਾਡੇ ਅਨਇਕੁਐਲਿਟੀ ਆਫ ਇਨਕਮ ਇੰਨੀ ਨਹੀਂ ਹੈ। ਜਿਹੜਾ ਤੁਹਾਡੇ ਇੱਕ ਦੌਰ ਚੱਲਿਆ ਸੀਗਾ 2000 ਤੋਂ ਬਾਅਦ ਵਾਲਾ, ਤੁਸੀਂ ਆਪ ਹੀ ਸਾਰੇ ਜਾਣਦੇ ਜੇ, ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਇਕਨੋਮਿਕ ਡਿਸਪੈਰਿਟੀ ਜਿਹੜਾ ਪਾੜਾ ਤੁਹਾਡਾ ਬਹੁਤ ਵਧਿਆ। ਔਰ ਜਦੋਂ GDP ਜਾਂ ਕੰਟਰੀ ਦੀ ਤਰੱਕੀ ਹੁੰਦੀ ਹੈ ਉਦੋਂ ਪਲੀਜ਼ ਤੁਸੀਂ ਜਿਹੜੇ ਥੱਲੇ ਵਾਲੇ ਲੋਕ ਜਿਨ੍ਹਾਂ ਦੀ ਗਿਣਤੀ ਕਿ ਇੰਡੀਆ 'ਚ ਬਹੁਤ ਹੈ, ਔਰ ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਦੇਖੇ ਜਾਂਦੇ ਜੇ ਤੇ ਉੱਥੇ ਸਾਡੀ ਗਿਣਤੀ ਬਿਲੀਅਨਰ ਦੀ ਦੂਜਿਆਂ ਦੀ ਨਹੀਂ ਗਿਣੀ ਜਾਂਦੀ।
ਉਹ ਦੇਖਦੇ ਆ ਵੀ ਇਸ ਕੰਟਰੀ ਨੇ ਆਪ ਦੇ ਛੋਟੇ ਲੋਕਾਂ ਵਾਸਤੇ ਕਿਹੜੇ ਸੋਸ਼ਲ ਸਿਸਟਮ ਬਣਾਏ, ਕਿਹੜੇ ਉਹਨਾਂ ਦੇ ਰਹਿਣ ਸਹਿਣ ਦੇ ਢੰਗ ਬਣਾਏ, ਕਿੰਨੀ ਉਹਨਾਂ ਨੂੰ ਜਾਬ ਦਿੱਤੀ, ਕੀ ਉਹਨਾਂ ਦੇ ਇਨਕਮ ਪੈਂਦੀ ਹੈ। ਸੋ ਮੈਂ ਤਾਂ ਕਹਾਂਗਾ ਵੀ ਅਗਰ ਆਪਾਂ ਡੈਮੋਕ੍ਰੇਸੀ ਨੂੰ ਕੰਪੇਅਰ ਕਰਨਾ ਹੈ ਤਾਂ ਸਾਨੂੰ ਉਹਨਾਂ ਲੋਕਾਂ ਵਾਸਤੇ ਇਨਕਮ ਵਧਾਉਣ ਦੀ ਵੀ ਜਿਹੜੀ ਹੈ। ਚਲੋ ਠੀਕ ਹੈ ਮਿਸਟਰ ਖੜਿਆਲ, ਮਿਸਟਰ ਬਾਜਵਾ ਕਹਿ ਰਿਹਾ ਕਿ ਅਖੀਰਲੇ ਆਦਮੀ ਤੱਕ ਜਿਹੜੀ ਅਪਰੋਚ ਸਾਡੀ ਹੋਣੀ ਚਾਹੀਦੀ ਹੈ ਤਾਂ ਜੋ ਉਹਨੂੰ ਵੀ ਬਰਾਬਰ ਦਾ ਹਿੱਸਾ ਮਿਲੇ ਇਕਨੋਮੀ ਚੋਂ। ਬਿਲਕੁਲ ਬਹੁਤ ਜ਼ਰੂਰੀ ਗੱਲ ਹੈ ਕਿ ਜਿਹੜਾ ਕਤਾਰ 'ਚ ਪਿੱਛੇ ਵੀ ਬੰਦਾ ਖੜਿਆ ਹੈ ਉਹਦੇ ਕੋਲੇ ਸਰਵਿਸ ਪਹੁੰਚਣੀ ਚਾਹੀਦੀ ਹੈ। ਜੇ ਉਹ ਜੌਬ ਲਈ ਕਤਾਰ 'ਚ ਖੜਾ, ਜੌਬ ਮਿਲਣੀ ਚਾਹੀਦੀ ਹੈ। ਜੇ ਖਾਣੇ ਲਈ ਕਤਾਰ 'ਚ ਖੜਾ ਤਾਂ ਖਾਣਾ ਮਿਲਣਾ ਚਾਹੀਦਾ। ਜੇ ਗ੍ਰੀਵੈਂਸ ਰਿਡਰੈਸਲ ਲਈ ਖੜਾ ਤਾਂ ਗ੍ਰੀਵੈਂਸ ਰਿਡਰੈਸਲ ਹੋਣਾ ਚਾਹੀਦਾ ਹੈ। ਫਿਲਹਾਲ ਹੋ ਨਹੀਂ ਰਿਹਾ। ਦੂਜਾ ਤੇ ਕਰਨਲ ਸਾਹਿਬ ਨੇ ਕਿਹਾ ਵੀ ਇਨਸਟੈਡ ਆਫ ਸਪੀਕਿੰਗ ਔਨ ਪ੍ਰਵਾਸੀ ਦਿਵਸ ਅਸੀਂ ਪੋਲਿਟਿਕਸ ਕਰ ਰਹੇ ਹਾਂ। ਜਦੋਂ G20 ਦੇ ਵਿੱਚ ਕਰਨਲ ਸਾਹਿਬ ਤੁਸੀਂ ਕਮਲ ਸਾਈਨ ਯੂਜ਼ ਕਰ ਲਿਆ ਸੀਗਾ ਨਾ, ਉਦੋਂ ਹੀ ਤੁਸੀਂ ਇਹ ਹੱਕ ਗਵਾ ਲਿਆ ਸੀਗਾ ਕਿਸੇ ਹੋਰ ਨੂੰ ਕਹਿਣ ਦਾ। ਤੁਸੀਂ ਮਤਲਬ ਭਾਰਤੀ ਜਨਤਾ ਪਾਰਟੀ ਨੇ ਹੈਜ਼ ਐਕਸੀਡਡ ਆਲ ਲਿਮਿਟਸ। ਜਦੋਂ ਕੈਂਪੇਨਿੰਗ ਦੀ ਗੱਲ ਹੁੰਦੀ ਹੈ, ਬ੍ਰਾਂਡਿੰਗ ਦੀ ਗੱਲ ਹੁੰਦੀ ਹੈ, ਮਾਰਕੀਟਿੰਗ ਦੀ, G20 ਦੇ ਵਿੱਚ ਤੁਸੀਂ ਦੇਸ਼ ਨੂੰ ਰਿਪਰੈਜ਼ੈਂਟ ਕਰਨ ਜਾਂਦੇ ਹੋ, ਆਪਦੇ ਆਪ ਨੂੰ ਨਹੀਂ। ਤੁਹਾਡੀ ਗੱਲ ਮੰਨ ਲਈ ਮਿਸਟਰ ਖੜਿਆਲ, ਜੇ G20 ਸੰਮੇਲਨ ਦੀ ਅਗਵਾਈ ਕਰਨ ਸਾਨੂੰ ਮੌਕਾ ਮਿਲ ਰਿਹਾ, ਸਾਨੂੰ ਇਹ ਪੋਲਿਟਿਕਸ ਛੱਡ ਕੇ ਇਕੱਠੇ ਹੋਣਾ ਚਾਹੀਦਾ ਨਾ ਇੱਕ ਮੰਚ ਤੇ। ਸਾਡੀ ਇਮੇਜ ਹੈ ਜਿਹੜੀ ਇੰਡੀਆ ਦੀ ਕੀਤੀ ਜਾਵੇ। ਬਿਲਕੁਲ ਹੋਣਾ ਚਾਹੀਦਾ। ਕਮਲ ਕਿਹਦਾ ਇਲੈਕਸ਼ਨ ਸਿੰਬਲ ਹੈ? ਬੀਜੇਪੀ ਦਾ ਕਿ ਹਿੰਦੁਸਤਾਨ ਦਾ? ਇਹ 18 ਨੈਸ਼ਨਲ ਸਿੰਬਲਸ ਹੈ ਹਿੰਦੁਸਤਾਨ ਦੇ, ਕੋਈ ਵੀ ਯੂਜ਼ ਕਰ ਸਕਦੇ ਸੀਗੇ, ਕਮਲ ਕੀਤਾ। ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕੇਪੀ ਜੀ, ਤੁਸੀਂ ਸਮਝਦਾਰ ਹੋ, ਪੈਨਲ ਸਮਝਦਾਰ ਹੈ, ਸਭ ਤੋਂ ਸਮਝਦਾਰ ਨੇ ਦਰਸ਼ਕ। ਦੂਜੀ ਗੱਲ, ਤੇ ਜਦੋਂ ਤੁਸੀਂ ਇਹ ਜਿਹੀ ਚੀਜ਼ਾਂ ਕਰਦੇ ਹੋ ਨਾ, ਤੁਸੀਂ ਯੂਨਾਈਟਿਡ ਫਾਰਵਰਡ ਕਰਦੇ, ਡਿਵਾਈਡਡ ਸਟੈਂਡਪੁੱਟ ਫਾਰਵਰਡ ਕਰਦੇ ਹੋ। ਤੇ ਡਿਵਾਈਡ ਹੀ ਬੀਜੇਪੀ ਕਰਦੀ ਆ ਰਹੀ ਹੈ, ਸਭ ਨੂੰ ਇਹ ਗੱਲ ਦਾ ਭਲੀ ਭਾਂਤ ਪਤਾ ਹੈ। ਤੇ ਜਦੋਂ ਤੱਕ ਮੈਂ ਇੱਕ ਜ਼ਰੂਰੀ ਗੱਲ ਕਰੂੰਗਾ, ਆਪਾਂ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ ਵੀ ਜਿਹੜੇ ਪ੍ਰਵਾਸੀ ਆ ਉਹ ਰਾਜਦੂਤ ਨੇ, ਉਹਨਾਂ ਨੂੰ ਜਾ ਕੇ ਕੈਂਪੇਨ ਕਰਨੀ ਚਾਹੀਦੀ ਹੈ ਇੰਡੀਆ ਲਈ। ਇੱਥੋਂ ਕਿਉਂ ਜਾਂਦੇ ਆ? ਪਹਿਲਾ ਸਵਾਲ ਤਾਂ ਇਹ ਹੈ, ਇੱਥੋਂ ਤਾਂ ਜਾਂਦੇ ਆ ਬਿਕੋਜ਼ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ, ਗਰੀਬੀ ਬਹੁਤ ਜ਼ਿਆਦਾ ਹੈ, ਅਬਿਊਜ਼ ਆਫ ਪਾਵਰ ਬਹੁਤ ਜ਼ਿਆਦਾ ਹੈ, ਪੈਸਾ ਜੇਬ ਚ ਆਉਂਦਾ ਨਹੀਂ, ਡੀਮੋਨੇਟਾਈਜੇਸ਼ਨ ਸਰਕਾਰ ਕਰ ਦਿੰਦੀ ਹੈ। ਇੱਕੋ ਹੀ ਰਾਤ ਪਤਾ ਲੱਗਦਾ ਵੀ ਡੀਮੋਨੇਟਾਈਜੇਸ਼ਨ ਹੋ ਗਈ, ਤੇ ਉਸ ਤੋਂ ਬਾਅਦ ਜਿਹੜੇ ਕਹਿੰਦੇ ਨੇ ਦਿੱਗਜ ਸੀਗੇ ਨਿਊਟਰਲ ਮੀਡੀਆ ਦੇ, ਉਹ ਜੇ ਲੋਕਾਂ ਨੂੰ ਛੱਡਣਾ ਪੈ ਜਾਂਦਾ ਆਪਦਾ ਕੰਮ, ਕਿਉਂਕਿ ਇੱਥੇ ਆਵਾਜ਼ ਦਬਾਈ ਜਾ ਰਹੀ ਹੈ। ਪਾਰਲੀਮੈਂਟ ਦੇ ਵਿੱਚ ਮਾਈਕ ਆਫ ਹੋ ਜਾਂਦੇ ਆ, ਕੈਂਪੇਨਸ ਦੇ ਵਿੱਚ ਤੁਸੀਂ ਬੋਲ ਨਹੀਂ ਸਕਦੇ, ਨਹੀਂ ਤਾਂ ਐਕਸ਼ਨ ਹੋ ਜਾਂਦਾ ਹੈ। ਕਨਵਿਕਸ਼ਨ ਰੇਟ ਏਜੰਸੀਜ਼ ਦਾ 1% ਤੋਂ ਘੱਟ ਹੋਊਗਾ, ਲੇਕਿਨ ਜਿਹੜਾ ਆਪਣਾ FIRs ਬਹੁਤ ਜ਼ਿਆਦਾ ਹੋਣਗੀਆਂ। ਤੀਜਾ ਇਹ ਹੈ ਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਬੀਜੇਪੀ ਨੂੰ ਮਾਈਗ੍ਰੇਟ, ਐਜੂਕੇਸ਼ਨ ਦੀ ਗੱਲ ਕੀਤੀ ਬੀਜੇਪੀ ਨੇ। ਐਜੂਕੇਸ਼ਨ ਦੇ ਵਿੱਚ ਨਾ ਟੌਪ 300 ਯੂਨੀਵਰਸਿਟੀਜ਼ ਦੇ ਵਿੱਚ ਅਕੋਰਡਿੰਗ ਟੂ 2022 ਦਾ ਡੇਟਾ, ਨਾਟ 23, ਦੇ ਡੇਟਾ ਦੇ ਵਿੱਚ ਇੱਕ ਵੀ ਹਿੰਦੁਸਤਾਨ ਦੀ ਯੂਨੀਵਰਸਿਟੀ ਟੌਪ 300 ਦੇ ਵਿੱਚ ਨਹੀਂ ਸੀਗੀ। ਫਿਰ ਕਿਵੇਂ ਹਿੰਦੁਸਤਾਨ ਦੇ ਲੋਕ ਜਿਹੜੇ ਉੱਥੇ NRIs ਬੈਠੇ ਆ, ਪ੍ਰਵਾਸੀ ਬੈਠੇ ਆ, ਉਹ ਗੱਲ ਕਰਨ। ਉਹਦੇ ਲਈ ਗਰਾਊਂਡ ਲੈਵਲ ਤੇ ਤੁਹਾਨੂੰ ਇੰਪਲੀਮੈਂਟੇਸ਼ਨ ਕਰਨੀ ਪਊਗੀ। ਜਦੋਂ ਇਹ ਕਰਦੇ ਨਾ, ਜਿਹੜੀ ਯੂਨੀਵਰਸਿਟੀ ਬਣੀ ਨਾ ਹੋਵੇ, ਯੂਨੀਵਰਸਿਟੀ ਨੂੰ ਤੁਸੀਂ ਟੌਪ 5 ਟੌਪ 7 ਚ ਦਿਖਾਓਗੇ ਤਾਂ ਇਹੀ ਹਾਲਾਤ ਹੋਣ ਜਾਓ। ਮੈਰਿਟ ਆਨਰ ਹੋਣਾ ਚਾਹੀਦਾ। ਠੀਕ ਹੈ ਮਿਸਟਰ ਖੜਿਆਲ। ਮਿਸਟਰ ਪਾਸੀ, ਪੰਜਾਬ ਸਰਕਾਰ ਨੂੰ ਐਫਰਟਸ ਕਰਨੇ ਚਾਹੀਦੇ ਹੈ ਕਿ ਐਡਾ ਵੱਡਾ ਸੰਮੇਲਨ ਜਿਹੜਾ ਅੰਮ੍ਰਿਤਸਰ ਜਾਂ ਚੰਡੀਗੜ੍ਹ ਨੂੰ ਮਿਲੇ। ਪਾਸੀ ਸਾਹਿਬ, ਬਿਲਕੁਲ ਪੰਜਾਬ ਸਰਕਾਰ ਵੀ ਐਫਰਟ ਕਰੇਗੀ। ਔਰ ਦੂਜੀ ਚੀਜ਼ ਮੈਂ ਇੱਕ ਜਿਹੜੀ KP ਸਿੰਘ ਜੀ ਦੱਸਣਾ ਚਾਹ ਰਿਹਾ ਸੀਗਾ, ਜਿੱਦਾਂ ਕੈਸ਼ਲੈਸ ਇਕਨੋਮੀ ਦੀ ਗੱਲ ਹੋਈ ਹੈ ਨਾ, ਕੈਸ਼ਲੈਸ ਇਕਨੋਮੀ ਅੱਜ ਤੱਕ ਪੂਰੀ ਤਰ੍ਹਾਂ ਅਮਰੀਕਾ ਔਰ ਯੂਰਪ ਦੇ ਵਿੱਚ। ਪਾਸੀ ਸਾਹਿਬ, ਤੁਹਾਨੂੰ ਮੇਰਾ ਸਵਾਲ ਚੰਗਾ ਨਹੀਂ ਲੱਗਿਆ ਗਿਆ NRI ਸੰਮੇਲਨ ਪੰਜਾਬ ਦੇ? ਨਹੀਂ, ਬਿਲਕੁਲ। ਮੈਂ ਇਹ ਗੱਲ ਕਹੀ ਹੈ ਜੀ ਕਿ ਬਿਲਕੁਲ ਪੰਜਾਬ ਸਰਕਾਰ ਵੀ ਚਾਹੇਗੀ ਕਿ NRI ਸੰਮੇਲਨ ਪੰਜਾਬ ਦੇ ਵਿੱਚ ਹੋਣ। ਇਸ ਤੋਂ ਪਹਿਲੀਆਂ ਸਰਕਾਰਾਂ ਨੇ ਕੋਈ ਐਫਰਟਸ ਨਹੀਂ ਕੀਤੇ ਮਿਸਟਰ ਪਾਸੀ, ਇਸ ਤੋਂ ਪਹਿਲੀਆਂ ਸਰਕਾਰਾਂ ਨੇ ਕੋਈ ਐਫਰਟਸ ਨਹੀਂ ਕੀਤੇ ਕਿ ਸੰਮੇਲਨ ਪੰਜਾਬ ਦੇ ਨੇੜੇ ਤੇੜੇ ਹੋਵੇ। ਬਿਲਕੁਲ ਅਸੀਂ ਤਾਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਹੋਵੇ। ਔਰ ਅਗਰ ਚੰਡੀਗੜ੍ਹ ਜਾਂ ਸਾਡੇ ਅੰਮ੍ਰਿਤਸਰ ਜਾਂ ਸਾਡੇ ਲੁਧਿਆਣਾ, ਜਿੱਥੇ ਵੀ ਸਾਨੂੰ ਬੈਸਟ ਅਵੇਲੇਬਲ ਹੋਵੇ, ਉੱਥੇ ਇਹੋ ਜਿਹੇ ਸੰਮੇਲਨ, ਮੈਂ ਇਹ ਨਹੀਂ ਕਹਿੰਦਾ, ਮੈਂ ਇਸ ਲਈ ਗੱਲ ਕਹਿ ਰਿਹਾ ਸੀਗਾ ਕਿ ਪੰਜਾਬ ਸਰਕਾਰ ਵੀ ਚਾਹੇਗੀ ਕਿ ਜਿਹੜੇ NRIs ਹੈ ਉਹ ਇੱਥੇ ਆਣ, ਆਪਣਾ ਇੰਟਰਸਟ ਦਿਖਾਣ, ਤਾਂ ਕਿ ਜਿਹੜਾ ਪੰਜਾਬ ਦੀ ਇਕਨੋਮੀ ਨੂੰ ਵੀ ਸਟਰੈਂਥਨ ਹੋ ਸਕੇ। ਮੈਂ ਇੱਕ ਪੁਆਇੰਟ ਹੋਰ ਲੈਣਾ ਚਾਹ ਰਿਹਾ, ਜਿੱਦਾਂ ਬਾਜਵਾ ਜੀ ਨੇ ਬੜੀ ਅੱਛੀ ਗੱਲ ਕਹੀ ਹੈ। ਉਹਨਾਂ ਨੇ ਇਨਇਕੁਐਲਿਟੀ ਇਨ ਇਨਕਮ ਦੀ ਗੱਲ ਕੀਤੀ ਸੀ। ਮੈਂ ਤੁਹਾਡੀ ਹੀ ਇੱਕ ਇੰਟਰਵਿਊ ਕੋਡ ਕਰਨਾ ਚਾਹੁੰਦਾ, ਜਿਹੜੀ ਤੁਸੀਂ P ਸਾਈਨਾਥ ਜੀ ਨਾਲ ਕੀਤੀ ਸੀ, ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਇਨਕਮ ਦਾ ਵਿੱਚ ਜਿਹੜਾ ਡਿਫਰੈਂਸ ਹੈ ਨਾ, ਲਗਾਤਾਰ ਵਧਿਆ ਹੈ ਜੀ।
ਉਹ ਚੰਦ ਹੱਥਾਂ ਦੇ ਵਿੱਚ ਕਨਸੈਂਟਰੇਟ ਹੁੰਦੀ ਚਲੀ ਗਈ ਹੈ ਇਨਕਮ, ਔਰ ਜਿਹੜੀ ਅਪਰ ਮਿਡਲ ਕਲਾਸ ਹੈ ਉਹ ਲੋਅਰ ਵੱਲ ਜਾ ਰਹੀ ਹੈ, ਲੋਅਰ ਮਿਡਲ ਕਲਾਸ ਹੈ ਜਿਹੜੀ ਉਹ ਬਿਲਕੁਲ ਲੋਅਰ ਵੱਲ ਜਾ ਰਹੀ ਹੈ। ਔਰ ਜਿਹੜਾ ਉਸ ਤੁਹਾਡੇ ਯਾਦ ਹੋਏਗਾ, ਕਿਉਂਕਿ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਵੀ ਕਹੂੰਗਾ ਕਿ ਪੀ ਸਾਈਨਾਥ ਜੀ ਦੀ ਤੁਹਾਡੇ ਨਾਲ ਹੋਈ ਇੰਟਰਵਿਊ ਜ਼ਰੂਰ ਦੇਖਣ, ਤਾਂ ਪਤਾ ਲੱਗੇ ਕਿ ਹਿੰਦੁਸਤਾਨ ਦੇ ਵਿੱਚ ਇਕਨੋਮੀ ਦੀ ਐਕਚੁਅਲ ਹਾਲਤ ਕਿਸ ਪਾਸੇ ਜਾ ਰਹੀ ਹੈ ਔਰ ਕਿੱਦਾਂ ਮਨੀ ਜਿਹੜੀ ਹੈ, ਜਿੱਦਾਂ ਉਹਨਾਂ ਨੇ ਅਰਬਪਤੀਆਂ ਬਾਰੇ ਵੀ ਦੱਸਿਆ ਸੀ ਕਿ ਕਿੰਨੇ ਅਰਬਪਤੀ ਹੁਣ ਨਵੇਂ ਬਣ ਗਏ। ਮੈਂ ਬਾਜਵਾ ਜੀ ਦੀ ਇਸ ਗੱਲ ਤੇ ਬਿਲਕੁਲ ਤਾਇਦ ਕਰਦਾ। ਦੂਸਰੀ ਚੀਜ਼, ਕੈਸ਼ਲੈਸ ਇਕਨੋਮੀ ਤੇ ਮੈਂ ਸਿਰਫ 1 ਮਿੰਟ ਲਾਉਂਗਾ ਸਰ, ਕਿ ਅਮਰੀਕਾ ਔਰ ਯੂਰਪ ਵੀ ਅੱਜ ਤੱਕ ਪੂਰੀ ਤਰ੍ਹਾਂ ਕੈਸ਼ਲੈਸ ਨਹੀਂ ਕਰ ਸਕੇ, ਔਰ ਇੰਡੀਆ ਦੇ ਵਿੱਚ ਕੈਸ਼ਲੈਸ ਇਕਨੋਮੀ ਦੇ ਮਾਮਲੇ 'ਚ ਅਸੀਂ ਬਹੁਤ ਪਿੱਛਾ ਹੈ। ਮੈਂ ਇਹੀ ਗੱਲ ਕੀਤੀ ਸੀ, ਜਿੱਦਾਂ ਖੜਿਆਲ ਸਾਹਿਬ ਨੇ ਵੀ ਕਿਹਾ, ਐਜੂਕੇਸ਼ਨ ਜਾਂ ਵੂਮਨ ਸੇਫਟੀ, ਪੋਲਿਊਸ਼ਨ, ਪਾਵਰਟੀ, ਇਲਿਟਰੇਸੀ, ਕਰਪਸ਼ਨ, ਬਹੁਤ ਇਦਾਂ ਦੇ ਮੁੱਦੇ ਆ ਜਿਨ੍ਹਾਂ ਤੇ ਬਹੁਤ ਵਰਕ ਕਰਨਾ ਹੈ ਅਸੀਂ, ਔਰ ਸਾਨੂੰ ਜਿਹੜਾ ਹੈ ਅਸੀਂ ਨਹੀਂ ਮਿਸਟਰ ਪਾਸੀ ਤੁਹਾਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਬੋਲਦੇ ਪਏ ਸੀ ਇਸ ਸੰਮੇਲਨ ਦੇ ਵਿੱਚ? ਦੇਖੋ ਪ੍ਰਧਾਨ ਮੰਤਰੀ ਜੀ ਇੱਕ ਬਹੁਤ ਅੱਛੇ ਬੁਲਾ ਰਹੇ। ਦੇਖੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਪਹਿਲੀ ਚੀਜ਼, ਅਗਰ ਕੋਈ ਵੀ ਇੰਟਰਨੈਸ਼ਨਲ ਲੈਵਲ ਦਾ ਸਾਡਾ ਇਵੈਂਟ ਹੁੰਦਾ ਤਾਂ ਅਸੀਂ ਉਹਨੂੰ ਇਸ ਲੈਵਲ ਤੇ ਨਿੰਦਨੀਆ ਨਹੀਂ ਕਰਾਂਗੇ, ਕਿਉਂਕਿ ਉਹਨੇ ਪੂਰੇ ਵਰਲਡ ਨੇ ਉਹਨੂੰ ਦੇਖਣਾ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਪਰ ਫਿਰ ਇੱਥੇ ਗੱਲ ਆ ਜਾਂਦੀ ਹੈ ਕਿ ਸਾਡੀ ਬੇਸਿਕਸ ਸਾਡੇ ਤਿਆਰ ਹੈ, ਸਾਡੇ ਇੱਥੇ ਫੰਡਾਮੈਂਟਲਸ ਤਿਆਰ ਹੈ, ਸਾਡਾ ਇੱਥੇ ਇਨਫਰਾਸਟ੍ਰਕਚਰ ਤਿਆਰ ਹੈ। ਚਲੋ ਮੈਂ ਛੋਟਾ ਬ੍ਰੇਕ ਲੈ ਲਵਾਂ, ਚੈੱਕ ਕਰਨ ਵਾਲੀ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ ਪਾਸੀ ਸਾਹਿਬ, ਅਖੀਰਲੇ ਹਿੱਸੇ ਵਿੱਚ ਅਸੀਂ ਹੋਵਾਂਗੇ, ਸਮਾਂ ਘੱਟ ਬਚਿਆ ਪਰ ਇਸ ਸਮੇਂ ਦੇ ਵਿਚਾਲੇ ਬਹੁਤ ਵੱਡੀਆਂ ਗੱਲਾਂ ਕਰਨੀਆਂ ਬਣਦੀਆਂ, ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਬਣਦਾ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਮਦਰ ਆਫ ਡੈਮੋਕ੍ਰੇਸੀ ਦੱਸ ਦੁਨੀਆ ਨੂੰ ਕੀ ਸੁਨੇਹਾ ਦਿੱਤਾ? ਹਾਂਜੀ ਕਰਨਲ ਸਾਹਿਬ, ਲਾਸਟ ਮਿੰਟ ਹੈ ਸਰ, ਲਾਸਟ ਕਮੈਂਟ ਤੁਹਾਡਾ ਚਾਹੀਦਾ, ਬੋਲੋ ਸਰ। ਥੈਂਕ ਯੂ। ਬਹੁਤ ਘੱਟ ਟਾਈਮ ਰਹਿ ਗਿਆ ਮੈਨੂੰ। ਮੈਂ ਆਪਣੇ ਅਰਸ਼ਪ੍ਰੀਤ ਖੜਿਆਲ ਸਾਹਿਬ ਬਹੁਤ ਹੀ ਇੱਕ ਨੌਲੇਜੇਬਲ ਪ੍ਰਵਕਤਾ ਨੇ, ਪਰ ਅੱਜ ਮੇਰਾ ਖਿਆਲ ਸਿੱਧਾ ਡਿਬੇਟ ਤੇ ਆ ਗਏ ਨੇ ਕੋਰਟ ਤੋਂ, ਤੇ ਇਹ ਕੋਈ ਜ਼ਿਆਦਾ ਤਿਆਰੀ ਨਹੀਂ ਇਹਨਾਂ ਨੇ ਕੀਤੀ ਸੀ ਪ੍ਰਵਾਸੀ ਦਿਵਸ ਦੇ ਉੱਤੇ, ਇਸ ਵਾਸਤੇ ਉਹਨੂੰ ਅੱਗੇ ਪਿੱਛੇ ਘੁੰਮਦੇ ਰਹੇ ਨੇ, ਪੁਆਇੰਟ ਦੇ ਉੱਤੇ ਨਹੀਂ ਆਏ, ਬਹੁਤ ਜ਼ਿਆਦਾ ਟਾਈਮ ਸਾਡਾ ਕਰ ਦਿੱਤਾ। ਹੁਣ ਮੇਰੇ ਕੋਲ ਕਿਉਂਕਿ 1 ਮਿੰਟ ਹੈ, ਮੈਂ ਸਿਰਫ ਇਹ ਕਹਾਂਗਾ ਕਿ ਪਾਸੀ ਸਾਹਿਬ ਨੇ ਬਿਲਕੁਲ ਸਹੀ ਕਿਹਾ ਹੈ ਕਿ NRI ਇੱਥੇ ਆਣੇ ਚਾਹੀਦੇ ਨੇ। ਮੈਂ ਧਾਲੀਵਾਲ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗਾ ਕਿ NRIs ਨੂੰ ਪੋਲਿਟਿਕਸ ਕੋਲੋਂ ਅੱਗੇ ਉੱਠ ਕੇ ਤੇ ਪੋਲੀਟੀਕਲ ਪੈਟਰਨੇਜ ਕੋਲੋਂ ਅੱਗੇ ਉੱਠ ਕੇ ਆਪਣੀ ਐਟੀਟਿਊਡ ਚੇਂਜ ਕਰ ਦੇਣੀ ਚਾਹੀਦੀ ਹੈ ਪੰਜਾਬ ਦੀ ਡਿਵੈਲਪਮੈਂਟ ਦੇ ਵੱਲ। ਤੇ ਮੈਂ ਪੰਜਾਬ ਦੀ ਗਵਰਨਮੈਂਟ ਨੂੰ ਕਹਾਂਗਾ ਕਿ ਅਗਰ NRIs ਇਦਾਂ ਕਰਦੇ ਨੇ ਤੇ ਪੂਰੀ ਉਹਨਾਂ ਨੂੰ ਹੈਲਪ ਦੇਣ। ਇੱਥੇ ਲੈਂਡ ਗ੍ਰੈਬ, NRI ਮੈਰਿਜਸ, ਗੈਂਗਸਟਰਿਜ਼ਮ, ਡੇਰਾ ਐਕਸਪਲੋਇਟੇਸ਼ਨ, ਫਿਸਕਲ ਫਰਾਡਸ, ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ NRIs ਨੂੰ ਇੱਥੋਂ ਦੀ ਬਾਹਰ ਕੱਢੀ ਜਾ ਰਹੀਆਂ ਨੇ। ਇਹਨਾਂ ਨੂੰ ਸਾਨੂੰ ਸੌਟ ਆਊਟ ਕਰਕੇ ਤੇ ਆਪਣੇ ਡਾਇਸਪੋਰਾ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਮਦਦ ਲੈਣੀ ਚਾਹੀਦੀ ਹੈ ਪੰਜਾਬ ਦੀ ਡਿਵੈਲਪਮੈਂਟ ਦੇ ਵੱਲ। ਚਲੋ ਮਿਸਟਰ ਖੜਿਆਲ, ਲਾਸਟ ਮਿੰਟ ਪਲੀਜ਼। ਦੇਖੋ ਪੁਆਇੰਟ ਤਾਂ ਇਹ ਹੈ ਜੀ ਕਿ ਸੱਚ ਥੋੜਾ ਜਿਹਾ ਤਾਂ ਕੌੜਾ ਹੁੰਦਾ ਹੈ, ਤੇ ਜਦੋਂ ਤੱਕ ਤਾਂ ਤੋਪ ਦਾ ਮੂੰਹ ਆਮ ਆਦਮੀ ਪਾਰਟੀ ਵੱਲ ਹੁੰਦਾ ਹੈ ਉਦੋਂ ਤੱਕ ਕਾਂਗਰਸ ਦਾ ਪ੍ਰਵਕਤਾ ਬਹੁਤ ਵਧੀਆ ਹੈ। ਜਦੋਂ ਤੋਪ ਦਾ ਮੂੰਹ ਥੋੜਾ ਜਿਹਾ ਬੀਜੇਪੀ ਵੱਲ ਹੋਇਆ ਤੇ ਬੀਜੇਪੀ ਨੂੰ ਉਹ ਚੀਜ਼ ਅੱਛੀ ਨਹੀਂ ਲੱਗਦੀ, ਉਹ ਗੱਲ ਅੰਡਰਸਟੂਡ ਹੈ। ਲੇਕਿਨ ਫੈਕਟ ਦਾ ਮੈਟਰ ਇਹ ਹੈ ਕਿ ਇਹ ਗੱਲਾਂ ਸੱਚੀਆਂ ਨੇ ਜੋ ਕੀਤੀਆਂ ਗਈਆਂ ਹੈ। ਤੇ ਮੈਂ ਇੱਕੋ ਗੱਲ ਕਹੂੰਗਾ, ਇਨਸਟੈਡ ਆਫ ਸੇਇੰਗ ਇਟ ਲੈਟ ਅਸ ਸ਼ੋ ਇਟ, ਤਾਂ ਕਿ ਲੋਕ, ਕਿਉਂਕਿ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਐਕਸ਼ਨਸ ਆਰ ਵੇ ਲਾਊਡਰ ਦੈਨ ਵਰਡਸ। ਤੁਸੀਂ ਟੌਪ 300 ਯੂਨੀਵਰਸਿਟੀਜ਼ ਦੇ ਵਿੱਚ ਲਿਆਓ, ਆਪੇ ਗੱਲ ਕਰਨਗੇ, ਸਾਰੇ ਰਾਜਦੂਤ ਬਣ ਕੇ ਗੱਲ ਕਰਨਗੇ, ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ, ਤੁਹਾਨੂੰ ਮਾਰਕੀਟਿੰਗ ਆਪ ਕਰਨ ਦੀ ਲੋੜ ਨਹੀਂ ਪੈਣੀ, ਉਹ ਆਪ ਕਰਨਗੇ ਜਿਵੇਂ ਬੀਜੇਪੀ ਕਰਦੀ ਹੈ ਆਪਦੇ ਸਿੰਬਲਸ ਲਾ ਕੇ। ਤੁਹਾਨੂੰ ਉਹਨਾਂ ਨੂੰ ਇਹ ਵੀ ਕਹਿਣ ਦੀ ਲੋੜ ਨਹੀਂ ਪੈਣੀ ਕਿ ਹਿੰਦੁਸਤਾਨ ਦੀ ਗੱਲ ਕਰੋ, ਕੈਂਪੇਨ ਕਰੋ, ਬ੍ਰਾਂਡਿੰਗ ਕਰੋ, ਉਹ ਆਪ ਕਿਹਾ ਕਰਨਗੇ ਜੇ ਹਿੰਦੁਸਤਾਨ ਦੀ ਐਜੂਕੇਸ਼ਨ, ਹਿੰਦੁਸਤਾਨ ਦਾ ਰੋਜ਼ਗਾਰ, ਹਿੰਦੁਸਤਾਨ ਦਾ ਮੈਡੀਕੇਅਰ, ਹਿੰਦੁਸਤਾਨ ਦੀ ਵਿਮਨ ਐਮਪਾਵਰਮੈਂਟ, ਹਿੰਦੁਸਤਾਨ ਦਾ ਲਾਅ ਐਂਡ ਆਰਡਰ, ਹਿੰਦੁਸਤਾਨ ਦੀ ਜਿਹੜੇ ਮੇਜਰ ਐਸਪੈਕਟਸ ਹੈ ਵਧੀਆ ਹੋਣਗੇ। ਸੋ ਇਨਸਟੈਡ ਆਫ ਡਿਸੀਵਿੰਗ, ਡਿਵੈਲਪਮੈਂਟ ਕਰੋ, ਧੋਖਾ ਨਾ ਕਰੋ। ਤੇ ਆ ਜਿਹੜਾ ਮੈਂ ਉਦਾਹਰਨ ਦਿੱਤਾ ਸੀਗਾ ਕਿ ਆਮ ਆਦਮੀ ਪਾਰਟੀ ਵੀ ਸੇਮ ਫੁੱਟਸਟੈਪਸ ਫੋਲੋ ਕਰਦੀ ਹੈ। ਹੁਣ ਜਿਵੇਂ ਦਿੱਲੀ ਦੇ ਵਿੱਚ ਗੱਲ ਹੋ ਰਹੀ ਸੀਗੀ ਵੀ ਦਿੱਲੀ ਦੇ ਵਿੱਚ ਕਿਉਂ ਨਹੀਂ ਆਰਗੇਨਾਈਜ਼ ਹੋਇਆ ਜਾਂ ਪੰਜਾਬ ਦੇ ਵਿੱਚ ਕਦੋਂ ਹੋਊਗਾ, ਤੇ ਗੱਲ ਇਹ ਹੋਈ, ਕਰਨਲ ਸਾਹਿਬ ਕਹਿੰਦੇ ਵੀ ਪੰਜਾਬ 'ਚ ਕਿਸੇ ਨੇ ਐਸੀ ਗੱਲ ਨਹੀਂ ਕੀਤੀ, ਬਿਡ ਨਹੀਂ ਕੀਤਾ, ਸਰਕਾਰ ਨੂੰ ਕਰਨਾ ਪਊਗਾ। ਪੰਜਾਬ ਬੀਜੇਪੀ ਨੇ ਕਿਉਂ ਨਹੀਂ ਕਿਹਾ? ਬੀਜੇਪੀ ਦਾ ਯੂਨਿਟ ਜੇ ਕਹਿੰਦਾ ਤੇ ਸਰਕਾਰ ਸ਼ਾਇਦ ਮੰਨ ਲੈਂਦੀ, ਬੀਜੇਪੀ ਦੇ ਯੂਨਿਟ ਨੇ ਕਰੀ ਨਹੀਂ ਕਿਹਾ। ਅੱਛਾ, ਦਿੱਲੀ ਦੇ ਵਿੱਚ ਸ਼ਾਇਦ ਤਾਂ ਪ੍ਰੋਬਲਮ ਹੋਵੇ ਕਿਉਂਕਿ ਕੂੜੇ ਦਾ ਪਹਾੜ ਬਹੁਤ ਵੱਡਾ ਹੈ। ਪਹਿਲਾਂ 15 ਸਾਲ ਬੀਜੇਪੀ ਨੇ ਐਮਸੀਡੀ ਦੇ ਵੇਸਟ ਕੀਤੇ, ਉਮੀਦ ਹੈ ਹੁਣ ਆਮ ਆਦਮੀ ਪਾਰਟੀ ਨੇ ਉਹ ਚੀਜ਼ ਕਰੂਗੀ। ਚਲੋ ਠੀਕ ਹੈ ਮਿਸਟਰ ਪਾਸੀ, ਲਾਸਟ ਕਮੈਂਟ।
ਮੈਂ ਨਾ ਜੈਬੰਸ ਜੀ ਨੂੰ ਦੱਸਣਾ ਚਾਹਨਾ ਕਿ ਜਦੋਂ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਨਾ, ਕ੍ਰਾਈਮ ਦੀ, ਜੈਬੰਸ ਜੀ, ਤਾਂ ਤੁਹਾਡੇ ਹੀ ਨਿਤਿਆਨੰਦ ਰਾਏ ਕੇਂਦਰੀ ਗ੍ਰਹਿ ਮੰਤਰੀ ਜੀ ਨੇ ਰਾਜ ਸਭਾ 'ਚ ਦੱਸਿਆ ਕਿ ਪੰਜਾਬ ਕ੍ਰਾਈਮ ਦੇ ਮਾਮਲੇ 'ਚ 17ਵੇਂ ਨੰਬਰ ਤੇ ਹੈ, ਜਦਕਿ ਮੱਧ ਪ੍ਰਦੇਸ਼ 'ਚ ਕ੍ਰਾਈਮ ਕਿਤੇ ਜ਼ਿਆਦਾ ਹੈ ਔਰ ਤੁਸੀਂ ਇਹ ਮੱਧ ਪ੍ਰਦੇਸ਼ 'ਚ ਕਰ ਰਹੇ ਹੋ। ਮਤਲਬ ਆਪਾਂ ਨਾ ਇਹ ਨਾ ਕੋਸ਼ਿਸ਼ ਕਰੋ ਕਿ ਆਪਾਂ ਸਿਰਫ ਇੱਕ ਨਿੰਦਨ ਦੀ ਗੱਲ ਕਰੀਏ। ਮੈਂ ਤਾਂ ਇੱਕ ਗੱਲ ਬਿਲਕੁਲ ਕਲੀਅਰ ਕਹਿਣਾ ਕਿ ਹਿੰਦੁਸਤਾਨ ਦੇ ਵਿੱਚ, ਚਾਹੇ ਉਹ ਉਹਦਾ ਪੰਜਾਬ ਹੈ, ਚਾਹੇ ਉਹ ਮੱਧ ਪ੍ਰਦੇਸ਼ ਹੈ, ਚਾਹੇ ਉਹ ਰਾਜਸਥਾਨ ਹੈ, ਹਰ ਜਗ੍ਹਾ ਹੀ ਸਾਨੂੰ ਬੇਸਿਸ ਜਿਹੜਾ ਸਟਰਕਚਰ ਵਧੀਆ ਕਰਨਾ ਹੈ, ਸਾਨੂੰ ਜਿਹੜਾ ਹੈ ਫੈਸਿਲਿਟੀਜ਼ ਦੇਣੀ ਹੈ। ਔਰ ਇਹ ਇਸ 'ਚ ਕੋਈ ਗੱਲ ਨਹੀਂ ਕਿ ਜਿਹੜਾ ਹੁਣ ਵਰਲਡ ਹੈ ਨਾ ਜੀ, ਉਹ ਇੱਕ ਬਹੁਤ ਛੋਟੀ ਦੁਨੀਆ ਹੋ ਚੁੱਕੀ ਹੈ। ਇੱਕ ਦੂਜੇ ਦੇ ਦੇਸ਼ ਦੇ ਵਿੱਚ ਇਦਾਂ ਸੰਮੇਲਨ ਹੁੰਦੇ ਆ ਔਰ ਹੋਣੇ ਵੀ ਚਾਹੀਦੇ ਆ, ਇਨਵੈਸਟਮੈਂਟਸ ਹੋਣੀਆਂ ਚਾਹੀਦੀਆਂ। ਪਰ ਮੈਂ ਫਿਰ ਇਹ ਗੱਲ ਕਹੂੰਗਾ ਕਿ ਜਿਹੜੇ ਲੋਕਤੰਤਰ ਨੂੰ ਸਹੀ ਅਰਥਾਂ ਦੇ ਵਿੱਚ ਲੋਕਤੰਤਰ ਬਣਾਇਆ ਜਾਵੇ, ਨਾ ਕਿ ਸਿਰਫ ਇੱਕ ਜਿਹੜਾ ਹੈ ਅੱਜ ਕੱਲ ਹਿੰਦੁਸਤਾਨ ਦੇ ਵਿੱਚ ਜੋ ਲੋਕਤੰਤਰ ਦਾ ਘਾਣ ਹੋ ਰਿਹਾ ਉਹਨੂੰ ਹਟਾ ਕੇ, ਤਾਂ ਹੀ ਲੋਕ ਦੇਖਣਗੇ ਕਿ ਹਾਂ ਇੱਕ ਆਦਰਸ਼ ਲੋਕਤੰਤਰ ਹਿੰਦੁਸਤਾਨ ਦੇ ਵਿੱਚ ਹੈ। ਇਹ ਨਹੀਂ ਹੈ ਕਿ ਤੁਸੀਂ ਜਿਹੜਾ ਹੈ ਖੇਲਾ ਹੋ ਗਿਆ ਜਾਂ ਦੇਖੋ ਜੀ ਪਰਦੇ ਪਿੱਛੇ ਉਹ ਹੋ ਗਿਆ। ਹਮੇਸ਼ਾ ਹੀ ਆਪਾਂ ਦੇਖਦੇ ਆ ਰਹੇ ਹਾਂ ਪਿਛਲੇ 4-5 ਸਾਲ ਤੋਂ ਬਹੁਤ ਹੀ ਹੱਦ ਹੋ ਚੁੱਕੀ ਹੈ। ਚਲੋ ਡਾਕਟਰ ਬਾਜਵਾ, ਇੱਕ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਆਲਮੀ ਪੱਧਰ ਤੇ ਭਾਰਤ ਦੀ ਸੁਣੀ ਜਾ ਰਹੀ ਹੈ, ਭਾਰਤ ਵੱਲ ਦੁਨੀਆ ਦੇਖਦੀ ਪਈ ਹੈ। ਡਾਕਟਰ ਬਾਜਵਾ, ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ? ਦੇਖੋ, ਜੋ ਇਕਾਨਮੀ ਦੇ ਫਿਊਚਰ ਕੰਟਰੀਆਂ ਦੇ ਪ੍ਰੋਡਕਟ ਕੀਤੇ ਜਾਂਦੇ ਆ, ਜੀਡੀਪੀ ਦੇ, ਸਰ ਕੱਲੀ ਇਕਨੋਮੀ, ਡਾਕਟਰ ਬਾਜਵਾ, ਕੱਲੀ ਇਕਨੋਮੀ ਹੁੰਦੀ ਹੈ ਜਿਹਦੇ ਨਾਲ ਇੱਕ ਦੂਜੇ ਦੇਸ਼ ਨੂੰ ਦੇਖਿਆ ਜਾਂਦਾ ਸਰ? ਹੋਰ ਬੜੇ ਇੰਡੈਕਸ ਹੁੰਦੇ ਆ ਡਾਕਟਰ ਬਾਜਵਾ। ਹਾਂ, ਤੁਸੀਂ ਮੈਨੂੰ ਜਿਹੜੀ ਗੱਲ ਪੁੱਛੀ ਹੈ, ਇਹ ਇਕਾਨਮੀ ਦੇ ਨੰਬਰਾਂ 'ਚ ਇੰਡੀਆ ਦਾ ਨੰਬਰ ਆਉਂਦਾ। ਬਾਕੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਵੀ ਇਨਇਕੁਐਲਿਟੀ ਉੱਥੋਂ ਘਟਦੀ ਨਹੀਂ ਹੈ। ਬਾਕੀ ਖਡਿਆਲ ਸਾਹਿਬ ਨੇ ਵੀ ਦੱਸ ਦਿੱਤਾ, ਪਾਸੀ ਸਾਹਿਬ ਨੇ ਵੀ ਦੱਸਿਆ। ਡਾਕਟਰ ਬਾਜਵਾ, ਭਾਰਤ ਨੂੰ ਇੱਕ ਆਰਥਿਕ ਮੰਡੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਕਿ ਇੱਥੇ ਸਮਾਨ ਬਹੁਤ ਜ਼ਿਆਦਾ ਵਿਕ ਸਕਦਾ ਹੈ। ਮੈਂ ਤਾਂ ਸਰ ਇਹ ਸਮਝਣਾ ਚਾਹੁੰਦਾ ਡਾਕਟਰ ਬਾਜਵਾ। ਨਹੀਂ, ਦੇਖੋ ਦੋ ਚੀਜ਼ਾਂ ਤੋਂ ਦੇਖਿਆ ਜਾ ਰਿਹਾ। ਪਰ ਇੱਕ ਪਾਸੇ ਦਾ ਆਰਥਿਕ ਮੰਡੀ ਗਿਣਤੀ ਹੈ, ਕੰਜ਼ੰਪਸ਼ਨ ਪਾਵਰ ਹੈ ਲੋਕਾਂ ਦੀ, ਪੀਪੀ। ਜਿੰਨਾ ਚਿਰ ਤੁਸੀਂ ਉਹ ਟ੍ਰਿਪਲ ਪੀ ਪਰਚੇਜ਼ਿੰਗ ਪਾਵਰ ਨਹੀਂ ਵਧਾਓਗੇ ਲੋਕਾਂ ਦੀ, ਤੇ ਫਿਰ ਉਹ ਕੰਸੈਂਟਰੇਸ਼ਨ ਉੱਤੇ ਹੀ ਰਹਿਣੀ। ਪਰ ਅੱਗੇ ਮੈਂ ਇੱਕ ਹੋਰ ਗੱਲ ਕਰਨ ਲੱਗਾ। ਜੈਬੰਸ ਸਾਹਿਬ ਦੀ ਮੈਂ ਗੱਲ ਜਿਹਨਾਂ ਨੂੰ ਯਾਦ ਹੋਣਾ, ਜਦੋਂ ਇਹਨਾਂ ਨੇ ਧਾਲੀਵਾਲ ਦੇ ਸਨਮਾਨ ਦੀ ਗੱਲ ਕੀਤੀ ਤੇ ਇਹਨਾਂ ਨੇ ਕਿਹਾ ਵਾਪਸ ਮੋੜ ਦਿੱਤਾ ਸੀ ਕਿ ਉਹ ਆਪੋਜੀਸ਼ਨ ਕਰਦੇ ਸੀ, ਉਹ ਅਗੇਂਸਟ ਸੀ ਫਾਰਮ ਬਿੱਲ ਦੇ। ਇੱਥੋਂ ਇੱਕ ਬੜਾ ਵੱਡਾ ਮੈਸੇਜ ਆਉਂਦਾ ਹੈ ਭਈ ਏਡੀ ਵੱਡਾ ਕੰਟਰੀ ਹੋਵੇ, ਇਹਨਾਂ ਦੇ ਜਿਹੜੇ ਆਪਣੇ ਪੈਮਾਨੇ ਆ ਉਹ ਮਿੰਟ ਤੇ ਬਦਲ ਜਾਂਦੇ ਆ। ਹੋ ਸਕਦਾ ਕੱਲ ਨੂੰ ਧਾਲੀਵਾਲ ਵੱਡਾ ਆਦਮੀ ਆ, ਉਹਨੇ ਵੀ ਆਪਣਾ ਹਿਸਾਬ ਕਿਤਾਬ ਦੇਖਣਾ, ਉਹ ਕੱਲ ਨੂੰ ਕਿਸੇ ਗੱਲ। ਡਾਕਟਰ ਬਾਜਵਾ, ਫਿਰ ਤੁਸੀਂ ਇਹ ਵੀ ਮੈਨੂੰ ਦੱਸ ਦਿਓ ਨਾ, ਮਿਸਟਰ ਧਾਲੀਵਾਲ ਤੁਹਾਡੇ ਮਿੱਤਰ ਵੀ ਹੈਗੇ ਆ, ਮਿਸਟਰ ਧਾਲੀਵਾਲ ਦਾ ਪ੍ਰਭਾਵ ਇੰਨਾ ਹੈ ਕਿ ਸਾਨੂੰ ਸਨਮਾਨਿਤ ਕਰਨਾ ਪੈ ਰਿਹਾ? ਨਹੀਂ, ਤੁਸੀਂ ਮੇਰੀ ਗੱਲ ਨੂੰ ਵੇਖੋ ਜਰਾ। ਮੈਂ ਕਹਿੰਦਾ ਵੀ ਉਦੋਂ ਉਹਨੂੰ ਰੋਕ ਤਾਂ ਦਿੱਤਾ ਸੀ ਵੀ ਉਹ ਬਿੱਲ ਦੇ ਅਗੇਂਸਟ ਸੀ। ਬਿੱਲ ਦੇ ਅਗੇਂਸਟ ਤਾਂ ਸਾਰੀ ਦੁਨੀਆ ਸੀ। ਮੁੜ ਕੇ ਸੈਂਟਰਲ ਗਵਰਨਮੈਂਟ ਨੇ ਉਹ ਰਿਪੀਲ ਵੀ ਕਰ ਦਿੱਤੇ। ਮੇਰਾ ਸਿਰਫ ਕਹਿਣ ਦਾ ਇਹ ਮਤਲਬ ਹੈ ਕਿ ਇੰਡੀਆ ਨੂੰ ਪਾਲਿਸੀ ਸੋਲਿਡ ਕਰਨੀ ਚਾਹੀਦੀ ਆ, ਉਹ ਮਿੰਟਾਂ ਦੀ ਟੈਂਪਰੇਰੀ ਨਹੀਂ। ਔਰ ਮੈਂ ਦੋ ਗੱਲਾਂ ਤੁਹਾਨੂੰ ਹੋਰ ਕਹਿ ਕੇ ਬੰਦ ਕਰ ਦਿਆਂ। ਦਵਿੰਦਰ ਸ਼ਰਮਾ ਤੇ ਇੱਕ ਤੁਹਾਡੇ ਕੋਈ ਹੈਗਾ ਇਹ ਵਿਵੇਕ ਆਰੀਆ, ਉਹਨਾਂ ਦੇ 2 ਆਰਟੀਕਲ 2 ਜਾਂ 3 ਦਿਨ ਪਹਿਲਾਂ ਹੀ ਨਿਕਲੇ ਆ। ਬਹੁਤ ਭਾਰੇ ਲੈਵਲ ਤੇ ਪਹਿਲਾਂ ਪੰਜਾਬ ਨੂੰ ਬਦਨਾਮ ਕਰਦੇ ਸੀ ਬਈ ਇੱਥੋਂ ਲੋਕ ਜਾ ਰਹੇ ਆ, ਸਭ ਕੁਝ ਇੱਥੇ ਹੈਗਾ। ਤੁਹਾਡੇ ਇੰਡੀਆ ਚੋਂ ਹੀ ਐਗਜ਼ੋਟਸ ਹੋ ਰਿਹਾ ਔਰ ਲੋਕ ਜਿਹੜੇ ਆ ਉਹਨਾਂ ਦੇ ਮਾਂ-ਬਾਪ ਪੈਸੇ ਆਪਣੇ ਸਾਰੇ ਕੈਸ਼ ਕਰਾ ਕੇ ਬੈਂਕ ਅਕਾਊਂਟ ਬੰਦ ਕਰਕੇ ਉਹ ਫੌਰਨ ਚ ਜਾ ਰਹੇ। ਕਿਉਂ ਜਾ ਰਹੇ? ਮੈਂ ਤਾਂ ਪਹਿਲਾਂ ਇਹ ਵੀ ਕਹਿਣਾ ਵੀ ਇੰਨੇ $1 ਮਿਲੀਅਨ ਦੀ ਤੁਸੀਂ ਇੱਕ ਬੰਦੇ ਨੂੰ ਦੇ ਦਿੰਦੇ ਜੇ, ਜਦੋਂ ਅਸੀਂ ਆਏ ਸੀ $8 ਮਿਲਦੇ ਸੀ। ਅੱਜ ਕਿਹੜੀ ਗੱਲ ਆ ਗਈ, ਏਡੀ ਲਿਬਰਲਿਜ਼ਮ ਹੋ ਗਿਆ ਬਈ ਤੁਸੀਂ $1 ਮਿਲੀਅਨ ਆਪਣਾ ਲਓ ਔਰ ਜਾਓ। ਔਰ ਮੈਂ ਇਹ ਵੀ ਪੁੱਛਣਾ ਚਾਹੁੰਦਾ, 2004 ਤੋਂ ਬਾਅਦ ਇਹ ਚੀਜ਼ਾਂ ਬਹੁਤ ਵਧੀਆ, ਜਦੋਂ ਲੋਕ ਸਾਡੇ ਵਰਗੇ ਰਿਟਾਇਰ। ਠੀਕ ਕਰਨਾ ਸਾਹਿਬ, ਫਟਾਫਟ 30 ਸੈਕਿੰਡ ਪਲੀਜ਼ ਕਰਨਾ ਸਾਹਿਬ। ਬਸ ਜੀ, ਇੱਕੋ ਹੀ ਪੁਆਇੰਟ ਹੈ ਮੇਰਾ, ਸਿਰਫ ਇਹੀ ਕਹਿਣਾ ਹੈ ਕਿ ਬਾਜਵਾ ਸਾਹਿਬ ਬੜੇ ਮਾਨਯੋਗ ਨੇ, ਬੜੀਆਂ ਅੱਛੀਆਂ ਇਹਨਾਂ ਨੇ ਗੱਲਾਂ ਕੀਤੀਆਂ, ਪਰ ਇਹਨਾਂ ਨੂੰ ਤੁਹਾਡੇ ਨਹੀਂ ਕਹਿਣਾ ਚਾਹੀਦਾ। ਇਹ ਵੀ ਸਾਡੇ ਨੇ, ਅਸੀਂ ਵੀ ਇਹਨਾਂ ਦੇ ਆ। ਤੇ ਜਦੋਂ ਭਾਰਤ ਦੀ ਗੱਲ ਕਰਨੀ ਹੈ ਤੇ ਸਾਡੇ ਕਰਕੇ ਕਹਿਣੀ ਹੈ, ਤੁਹਾਡੇ ਕਰਕੇ ਨਹੀਂ ਕਹਿਣੀ। ਅੱਗੇ ਦੀ ਜਦੋਂ ਡਿਬੇਟ ਤੇ ਆਉਂਦੇ ਨੇ ਇਹਨਾਂ ਨੂੰ ਇਹ ਗੱਲ ਥੋੜਾ ਧਿਆਨ ਚ ਰੱਖ। ਚਲੋ ਫਿਰ ਮੈਂ ਤਕੀਦ ਕਰਨਾ ਚਾਹੁੰਦਾ, ਤੁਸੀਂ ਸਾਡੇ ਸਾਰਿਆਂ ਦੀ ਸੁਣਿਆ ਕਰੋ। ਬਹੁਤ ਧੰਨਵਾਦ ਕਰਨਾ ਜੈਬੰਸ ਸਿੰਘ ਤੁਹਾਡਾ, ਅਰਸ਼ਪ੍ਰੀਤ ਸਿੰਘ ਖਡਿਆਲ ਤੁਹਾਡਾ ਬਹੁਤ ਧੰਨਵਾਦ, ਬਿਕਰਮ ਪਾਸੀ ਤੁਹਾਡਾ ਬਹੁਤ ਧੰਨਵਾਦ, ਡਾਕਟਰ ਰਛਪਾਲ ਸਿੰਘ ਬਾਜਵਾ ਤੁਹਾਡਾ ਬਹੁਤ ਧੰਨਵਾਦ। ਐਨਆਰਆਈਜ਼ ਬਹਾਨੇ ਕਿਹੜੇ ਨਿਸ਼ਾਨੇ, ਇਹ ਚਰਚਾ ਅਸੀਂ ਕੀਤੀ ਹੈ ਤੇ ਇਸ ਚਰਚਾ ਦੇ ਵਿਚਾਲੇ ਤੁਹਾਡੇ ਅੱਗੇ ਸਾਰੇ ਸਵਾਲ ਅਸੀਂ ਰੱਖੇ ਆ ਤੇ ਇਹਨਾਂ ਸਵਾਲਾਂ ਦੇ ਜਵਾਬ ਇਸ ਪੈਨਲ ਨੇ ਦਿੱਤੇ ਆ। ਤੁਹਾਨੂੰ ਕਿੰਨੇ ਪਸੰਦ ਆਏ, ਕਿੰਨੇ ਚੰਗੇ ਲੱਗੇ, ਕੀ ਅਧੂਰਾ ਰਹਿ ਗਿਆ, ਤੁਸੀਂ ਸਾਨੂੰ ਲਿਖ ਕੇ ਜ਼ਰੂਰ ਦੱਸਣਾ। ਬਹੁਤ ਧੰਨਵਾਦ।